प्यारी गुरु सवारी साध संगत जीओ गुरफतेह प्रवान करो। वाहिगुरू जी का खालसा वाहिगुरू जी की फतेह। सब तो पहला ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੇ ਉੱਪਰ ਆਪ ਸਭਨਾਂ ਨੂੰ ਕੋਟਨ ਕੋਟ ਮੁਬਾਰਕਾਂ। ਸਿੰਘ ਸਾਹਿਬ ਆਪ ਜੀ ਨੂੰ ਵੀ ਕੋਟਨ ਕੋਟ ਮੁਬਾਰਕਾਂ। ਗੁਰੂ ਪਿਆਰਿਓ, ਤੁਸੀਂ ਵੇਖ ਸਕਦੇ ਹੋ ਸਾਡੇ ਨਾਲ ਸਿੰਘ ਸਾਹਿਬ ਭਾਈ ਗੁਰਪਾਲ ਸਿੰਘ ਧੰਮੋਵਾਲ ਜੀ ਮੌਜੂਦ ਨੇ। ਉਹਨਾਂ ਦੇ ਨਾਲ ਪਹਿਲਾਂ ਗੁਰਫਤਿਹ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਅੱਜ ਅਸੀਂ ਸੰਪੂਰਨਤਾ ਦਿਵਸ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਿਵਸ ਮਨਾ ਰਹੇ ਹਾਂ ਤੇ ਪਰ ਸਵਾਲ ਸਭ ਤੋਂ ਪਹਿਲਾਂ ਇਹ ਬਣਦਾ ਸਾਡਾ ਗੁਰਮਤਿ ਵਿਚਾਰਾਂ ਤੁਹਾਡੇ ਨਾਲ ਕਰਨੀਆਂ ਅਸੀਂ। ਪਹਿਲਾ ਸਵਾਲ ਇਹ ਕਿ ਜਦੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੰਪਾਦਨਾ ਕਰਦੇ ਨੇ, ਸੰਪਾਦਨਾ ਤੋਂ ਬਾਅਦ ਸੰਪੂਰਨਤਾ ਹੁੰਦੀ ਹੈ ਤੇ ਉਸ ਵੇਲੇ ਉਸ ਸਮੇਂ ਦੇ ਵਿੱਚ ਹਰ ਪਾਸੇ ਇਹ ਗੱਲ ਫੈਲ ਜਾਂਦੀ ਹੈ ਕਿ ਇੱਕ ਨਵਾਂ ਮਜ਼ਹਬ, ਨਵਾਂ ਧਰਮ, ਉਹ ਧਰਮ ਜਿਹਦਾ ਇੱਕ ਆਪਣਾ ਇੱਕ ਗ੍ਰੰਥ ਵੀ ਬਣ ਚੁੱਕਿਆ। ਕਿਉਂਕਿ ਕਿਸੇ ਧਰਮ ਦੀ ਜੇਕਰ ਵਿਆਖਿਆ ਕੀਤੀ ਜਾਵੇ, ਉਸ ਧਰਮ ਦਾ, ਹਰ ਇੱਕ ਧਰਮ ਦਾ ਆਪਣਾ ਨਿਸ਼ਾਨ ਹੁੰਦਾ, ਆਪਣਾ ਗ੍ਰੰਥ ਹੁੰਦਾ, ਆਪਣੀ ਬੋਲੀ ਹੁੰਦੀ ਹੈ। ਇਸ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਹੁੰਦੀ ਹੈ ਤਾਂ ਉਸ ਵੇਲੇ ਚਰਚਾ ਚੱਲਦੀ ਹੈ। ਪਰ ਸਵਾਲ ਇੱਥੋਂ ਆਪਾਂ ਇਹ ਸ਼ੁਰੂ ਕਰਾਂਗੇ, ਤੁਹਾਡੇ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਧਰਮ ਦੀ ਪਰਿਭਾਸ਼ਾ ਗੁਰੂ ਸਾਹਿਬਾਨਾਂ ਦੇ ਵੱਲੋਂ ਜਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਧਰਮ ਦੀ ਪਰਿਭਾਸ਼ਾ ਕੀ ਦਿੱਤੀ ਗਈ ਹੈ। ਅਸਲ ਦੇ ਵਿੱਚ ਅੱਜ ਵੀ ਧਰਮਾਂ ਦੇ ਨਾਮ ਦੇ ਉੱਪਰ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਨੇ, ਲੜਾਈ ਝਗੜੇ ਹੁੰਦੇ ਨੇ। ਧਰਮ ਮਾੜਾ ਨਹੀਂ, ਪਰ ਧਰਮ ਦੇ ਵਿੱਚ ਰਹਿਣ ਵਾਲੇ ਲੋਕ ਜਾਂ ਧਰਮ ਦੇ ਜਿਹੜੇ ਮੋਢੀ ਕਹਾਉਣ ਵਾਲੇ ਲੋਕ, ਉਹ ਬਹੁਤ ਸਾਰਾ ਕਤਲੇਆਮ ਕਰਵਾ ਦਿੰਦੇ ਨੇ ਧਰਮ ਦੇ ਨਾਂ ਦੇ ਉੱਪਰ। ਪਰ ਅਸਲ ਮਾਇਨੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਧਰਮ ਬਾਰੇ ਕੀ ਆਖ ਰਹੇ ਨੇ? ਦੇਖੋ, ਸਭ ਤੋਂ ਪਹਿਲਾਂ ਜਦੋਂ ਆਪਾਂ ਧਰਮ ਦੀ ਗੱਲ ਕਰਾਂਗੇ ਤੇ ਧਰਮ ਸ਼ਬਦ ਦੇ ਸਾਨੂੰ ਸ਼ਾਬਦਿਕ ਅਰਥ ਪਤਾ ਹੋਣੇ ਚਾਹੀਦੇ ਵੀ ਕੀ ਨੇ ਜੀ। ਧਰਮ ਸੰਸਕ੍ਰਿਤ ਭਾਸ਼ਾ ਦੇ ਲਫ਼ਜ਼ ਧਰੀ ਤੋਂ ਬਣੇ ਹੈ। ਧਰੀ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਨੂੰ ਧਾਰਨ ਕਰਨਾ। ਧਰਮ ਨੂੰ ਇਸ ਕਰਕੇ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਚੰਗੇ ਤੇ ਜਿਹੜੇ ਵਧੀਆ ਗੁਣ ਹੈ ਉਹਨਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਨਾ, ਭਾਵ ਕਿ ਕਿਸੇ ਮਰਿਆਦਾ ਨਾਲ ਜੀਵਨ ਜਿਉਣਾ ਜੀ। ਡਿਸਿਪਲਿਨ ਕਹਿ ਸਕਦੇ ਹਾਂ ਆਪਾਂ ਧਰਮ ਨੂੰ। ਮੁੱਢਲੇ ਰੂਪ ਦੇ ਵਿੱਚ ਜਦੋਂ ਆਪਾਂ ਧਰਮ ਦੇ ਜਨਮ ਵੱਲ ਵੇਖਦੇ ਹਾਂ ਤੇ ਸਾਨੂੰ ਇਹਦੇ ਅਰਥ ਵੀ ਨਾਲ ਨਾਲ ਸਪਸ਼ਟ ਹੋਈ ਜਾਣਗੇ ਵੀ ਅਸਲ 'ਚ ਜਦੋਂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦੀ ਕੀਤੀ ਰਚਨਾ, ਉਸ ਵੇਲੇ ਸਾਇੰਸ ਮੰਨਦੀ ਹੈ ਕਿ ਧਮਾਕਾ ਹੋਇਆ, ਪਰ ਗੁਰੂ ਗ੍ਰੰਥ ਸਾਹਿਬ ਮੰਨਦਾ ਹੈ ਵੀ ਕੀਤਾ ਪਸਾਓ ਇੱਕੋ ਕਵਾਓ, ਵੀ ਇੱਕ ਬੋਲ ਬੋਲਿਆ ਤੇ ਸਾਰਾ ਕੁਝ ਪਰਮਾਤਮਾ ਨੇ ਪੈਦਾ ਕਰ ਦਿੱਤਾ। ਹੁਣ ਜਦੋਂ ਬਾਕੀ ਜੀਵ ਜੰਤੂ ਬਣੇ, ਮਨੁੱਖ ਬਣਿਆ, ਮਨੁੱਖ ਉਸ ਵੇਲੇ ਹੱਥਾਂ ਤੇ ਬਾਹਾਂ ਦੇ ਬਲ ਤੁਰਦਾ ਹੁੰਦਾ ਸੀ। ਇਹਨੂੰ ਸਿੱਧਾ ਹੋ ਕੇ ਲੱਤਾਂ ਦੇ ਭਾਰ ਤੁਰਨਾ ਨਹੀਂ ਸੀ ਆਉਂਦਾ ਜੀ। ਇੱਥੋਂ ਤੱਕ ਇਹਨੂੰ ਖਾਣਾ ਵੀ ਪਕਾਉਣਾ ਨਹੀਂ ਸੀ ਆਉਂਦਾ, ਨਾ ਇਹਨੂੰ ਇਹੋ ਜਾਣਕਾਰੀ ਹੁੰਦੀ ਸੀ ਵੀ ਖਾਣ ਵਾਲੀ ਕਿਹੜੀ ਚੀਜ਼ ਹੈ। ਤਨ ਦੇ ਉੱਤੇ ਕੋਈ ਪਹਿਨਣ ਨੂੰ ਕੱਪੜਾ ਨਹੀਂ ਸੀ ਇਹਨੂੰ ਪਤਾ ਵੀ ਪਹਿਨਿਆ ਜਾ ਸਕਦਾ ਹੈ, ਨੰਗਾ ਹੀ ਘੁੰਮਦਾ ਹੁੰਦਾ ਸੀ। ਬੌਧਿਕ ਤੌਰ ਤੇ ਵਿਕਾਸ ਨਹੀਂ ਸੀ ਹੋਇਆ ਜੀ। ਉਸ ਵੇਲੇ ਜਦੋਂ ਬਿਜਲੀ ਨੇ ਚਮਕਣਾ, ਜ਼ੋਰ ਦੀ ਬਾਰਿਸ਼ ਹੋਣੀ, ਪਾਣੀ ਦੇ ਨਾਲ ਹੜ੍ਹ ਆ ਜਾਣਾ, ਇਹਨੇ ਸੋਚਿਆ ਵੀ ਅਸਮਾਨ ਵਿੱਚੋਂ ਜਿਹੜਾ ਪਾਣੀ ਡਿੱਗਦਾ ਹੈ, ਇਹ ਚੰਬੇ ਵਾਲੀ ਗੱਲ ਹੈ। ਪਾਣੀ ਜਿਹੜਾ ਸਮੁੰਦਰ ਵਿੱਚ ਹੁੰਦਾ ਹੈ ਜੀ, ਦਰਿਆਵਾਂ ਵਿੱਚ ਹੁੰਦਾ ਹੈ, ਧਰਤੀ ਤੇ ਹੁੰਦਾ ਹੈ, ਧਰਤੀ ਦੇ ਥੱਲੇ ਹੁੰਦਾ ਹੈ ਜੀ। ਪਰ ਅਸਮਾਨ ਵਿੱਚੋਂ ਪਾਣੀ ਕਿਹੜੀ ਤਾਕਤ ਸੁੱਟਦੀ ਹੈ ਅਜੇ, ਕਿਉਂਕਿ ਉਹਦਾ ਬੌਧਿਕ ਵਿਕਾਸ ਇੰਨਾ ਨਹੀਂ ਸੀ ਹੋਇਆ। ਉਹਨੇ ਸੋਚਿਆ ਵੀ ਇਹਦੇ ਪਿੱਛੇ ਜ਼ਰੂਰ ਕੋਈ ਗੈਬੀ ਤਾਕਤ ਕੰਮ ਕਰਦੀ ਹੈ, ਜਿਹੜੀ ਪਾਣੀ ਧਰਤੀ ਤੋਂ ਚੁੱਕ ਕੇ ਅਸਮਾਨ ਵਿੱਚੋਂ ਸੁੱਟਦੀ ਹੈ ਤੇ ਥੱਲੇ ਹੜ੍ਹ ਆ ਜਾਂਦਾ ਹੈ ਤੇ ਮਨੁੱਖਾਂ ਦਾ ਨੁਕਸਾਨ ਹੋ ਜਾਂਦਾ ਹੈ। ਹੋਵੇ ਨਾ ਤੇ ਇਸ ਗੈਬੀ ਤਾਕਤ ਨੂੰ ਲੱਭ ਕੇ ਉਹਦੀ ਪੂਜਾ ਕੀਤੀ ਜਾਏ ਜੀ। ਹੌਲੀ ਹੌਲੀ ਇਹਨੇ ਸਰਚ ਜਾਰੀ ਰੱਖੀ। ਇਹਨੇ ਉਸ ਵੇਲੇ ਉਹਦਾ ਨਾਮ ਰੱਖ ਲਿਆ ਇੰਦਰ ਦੇਵਤਾ। ਜਿਹੜਾ ਬਾਰਿਸ਼ ਪਾਉਣ ਵਾਲਾ ਦੇਵਤਾ ਹੈ ਉਹ ਇੰਦਰ ਦੇਵਤਾ ਹੈ, ਉਹਨੂੰ ਖੁਸ਼ ਰੱਖਿਆ ਜਾਏ ਤੇ ਬਾਰਿਸ਼ ਜਿਹੜੀ ਹੈ ਉਹ ਵਧੀਆ ਢੰਗ ਨਾਲ ਹੁੰਦੀ, ਹੜ੍ਹ ਨਹੀਂ ਆਉਂਦਾ। ਦੂਸਰੇ ਨੰਬਰ 'ਤੇ ਜੇ ਜੰਗਲਾਂ ਵਿੱਚ ਮਨੁੱਖ ਰਹਿੰਦਾ ਸੀ, ਔੜ ਲੱਗ ਜਾਣੀ, ਗਰਮੀ ਹੋ ਜਾਣੀ, ਉਸ ਵੇਲੇ ਬਾਰਿਸ਼ ਦੀ ਲੋੜ ਹੋਣੀ, ਉਸ ਵੇਲੇ ਵੀ ਫਿਰ ਉਹਨਾਂ ਨੇ ਸੋਚਿਆ ਵੀ ਇੰਦਰ ਦੇਵਤੇ ਨੂੰ ਖੁਸ਼ ਕਰੋ ਤੇ ਬਾਰਿਸ਼ ਪਏਗੀ, ਆਰਾਧਨਾ ਕੀਤੀ ਜਾਵੇ। ਇੱਕ ਦੇਵਤੇ ਦਾ ਜਨਮ ਇਹਦੇ ਨਾਲ ਹੋ ਗਿਆ। ਇੱਕ ਜਿਹੜਾ ਸੀ ਉਹ ਕਹਿ ਲਓ ਪੰਥਿਕ ਮਾਰਗ ਇੱਥੋਂ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਜੰਗਲ ਦੇ ਵਿੱਚ ਬਾਂਸਾਂ ਦੀ ਲੱਕੜ ਨੇ ਆਪਸ ਵਿੱਚ ਰਗੜਾ ਖਾ ਕੇ ਅੱਗ ਲਾ ਬਹਿਣੀ,
ਜਦੋਂ ਬਾਂਸ ਦੀ ਰਗੜ ਹੁੰਦੀ ਉਹਦੇ ਵਿੱਚੋਂ ਅੱਗ ਨਿਕਲਦੀ, ਉਹ ਅੱਗ ਕਈ ਕੁਛ ਸਾੜ ਕੇ ਤਬਾਹ ਕਰ ਦਿੰਦੀ ਹੈ ਜੀ। ਉਸ ਵੇਲੇ ਉਹ ਆਦਿ ਮਾਨਵ ਨੇ ਸੋਚਿਆ ਵੀ ਇਹ ਜਿਹੜੀ ਅੱਗ ਹੈ ਇਹ ਵੀ ਕਾਬੂ ਵਿੱਚ ਰਹੇ ਤੇ ਮਨੁੱਖ ਦਾ ਭਲਾ ਹੈ। ਜੇ ਕਾਬੂ ਤੋਂ ਬਾਹਰ ਹੋ ਜਾਏ ਤੇ ਅੱਗ ਨੁਕਸਾਨ ਕਰਦੀ ਹੈ ਜੀ। ਲੱਖਾਂ ਪੰਛੀਆਂ ਦੇ ਆਲ ਨੇ, ਜਾਨਵਰ ਸਾੜ ਦਿੰਦੀ ਹੈ, ਮਨੁੱਖਾਂ ਨੂੰ ਸਾੜ ਦਿੰਦੀ ਹੈ। ਇਹਦੇ ਪਿੱਛੇ ਵੀ ਕੋਈ ਗੈਬੀ ਤਾਕਤ ਕੰਮ ਕਰਦੀ ਹੈ, ਕਿਉਂਕਿ ਜੇ ਉਹ ਤਾਕਤ ਖੁਸ਼ ਰਹੇ ਤੇ ਅੱਗ ਕਾਬੂ ਵਿੱਚ ਰਹਿੰਦੀ ਹੈ। ਜੇ ਉਹ ਤਾਕਤ ਗੁੱਸੇ ਹੋ ਜਾਂਦੀ ਹੈ ਤੇ ਅੱਗ ਜਿਹੜੀ ਸਾੜਿਆਂ ਨੂੰ ਸਾੜ ਕੇ ਰਾਖ ਕਰ ਸਕਦੀ ਹੈ ਜੀ। ਇਸ ਕਰਕੇ ਉਹਨਾਂ ਅਗਨੀ ਦੇਵਤੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅੱਗ ਨੂੰ ਕਾਬੂ ਵਿੱਚ ਰੱਖਣ ਵਾਸਤੇ ਉਹ ਅਗਨੀ ਦੇਵਤੇ ਦੀ ਪੂਜਾ ਕਰਦੇ ਸੀ। ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਨੇ ਵੇਖਿਆ ਕਿ ਤੂਫਾਨ ਆਉਣਾ, ਤੂਫਾਨ ਨੇ ਦਰਖਤ ਪੁੱਟ ਦੇਣੇ, ਪੰਛੀਆਂ ਦੇ ਆਲ੍ਹਣੇ ਸੁੱਟ ਦੇਣੇ, ਜਾਨਵਰਾਂ ਨੂੰ ਕਿਤੇ ਉਹਦੀ ਕਿਤੇ ਚੁੱਕ ਕੇ ਮਾਰਨਾ ਜੀ। ਉਹਨਾਂ ਸੋਚਿਆ ਹਵਾ ਵੀ ਕਿਸੇ ਦੇ ਕੰਟਰੋਲ ਵਿੱਚ ਹੈ। ਜਦੋਂ ਉਹ ਹਵਾ ਵਾਲਾ ਦੇਵਤਾ ਕਰੋਪ ਹੋ ਜਾਂਦਾ ਹੈ ਤੇ ਉਹ ਹਵਾ ਨੂੰ ਜ਼ਿਆਦਾ ਤੇਜ਼ੀ ਨਾਲ ਛੱਡ ਦਿੰਦਾ ਹੈ। ਹੋਵੇ ਨਾ ਤੇ ਇਹ ਹਵਾ ਦੇ ਪਿੱਛੇ ਜਿਹੜੀ ਤਾਕਤ ਕੰਮ ਕਰਦੀ ਹੈ ਉਹਦੀ ਪੂਜਾ ਕਰਕੇ ਉਹਨੂੰ ਖੁਸ਼ ਕੀਤਾ ਜਾਏ। ਇਸ ਦੇ ਨਾਲ ਪੌਣ ਦੇਵਤੇ ਦਾ ਜਨਮ ਹੋ ਗਿਆ ਜੀ। ਇਸੇ ਤਰੀਕੇ ਨਾਲ ਮੁੱਢਲੇ ਰੂਪ ਵਿੱਚ ਜਿਹੜੀਆਂ ਚੀਜ਼ਾਂ ਤੋਂ ਇਹ ਡਰਦਾ ਸੀ, ਜਿਵੇਂ ਸੱਪ ਹੋਇਆ, ਸੱਪ ਦੀ ਪੂਜਾ ਅੱਜ ਵੀ ਹੋਣ ਡਈ ਹੈ। ਗੁਰਬਾਣੀ ਉਹਦਾ ਖੰਡਨ ਕਰਦੀ ਹੈ। ਗੁਰਬਾਣੀ ਵਿੱਚ ਆਪਾਂ ਪੜ੍ਹਦੇ ਆਂ, ਬਿਨ ਸਿਮਰਨ ਜੋ ਜੀਵਨ ਬਣਨਾ ਸਰਪ ਜੈਸੇ ਅਰ ਜਾਰੀ। ਜਿਹੜਾ ਬੰਦਾ ਸਿਮਰਨ ਤੋਂ ਵਿਹੂਣਾ ਹੈ ਉਹਦਾ ਜੀਵਨ ਸੱਪ ਵਰਗਾ ਹੈ, ਭਾਵ ਕਿ ਭੈੜਾ ਹੈ ਜੀ। ਸੱਪ ਜਿਹੜਾ ਹੈ ਉਹ ਭੈੜੀ ਜੂਨ ਮੰਨਿਆ ਗਿਆ। ਗੁਰਬਾਣੀ ਵਿੱਚ ਇੱਥੋਂ ਤੱਕ ਕਿਹਾ ਗਿਆ ਹੈ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਵੀ ਹੇ ਮਨੁੱਖ, ਤੂੰ ਧਰਤੀ ਦਾ ਸਰਦਾਰ ਹੈ, ਬਾਕੀ ਜੂਨਾਂ ਤੇਰੀਆਂ ਪਾਣੀ ਭਰਨ ਵਾਸਤੇ ਪੈਦਾ ਕੀਤੀਆਂ। ਪਰ ਉਹ ਮਨੁੱਖ ਜਿਹੜਾ ਟੇਢੀਆਂ ਮੇਢੀਆਂ ਜੂਨਾਂ ਦੀ ਪੂਜਾ ਕਰ ਰਹੇ ਜੀ। ਉਸ ਵੇਲੇ ਸੱਪ ਦੀ ਪੂਜਾ ਹੋਣ ਦਾ ਕਾਰਨ ਇਹ ਸੀ ਵੀ ਸੱਪ ਜਦੋਂ ਡੰਗ ਮਾਰਦਾ ਸੀ ਇਹਦੇ ਜ਼ਹਿਰ ਨਾਲ ਬੰਦਾ ਪਾਣੀ ਨਹੀਂ ਸੀ ਮੰਗਦਾ, ਮੌਤ ਹੋ ਜਾਂਦੀ ਸੀ। ਉਹਨਾਂ ਡਰਦਿਆਂ ਹੋਇਆਂ ਸੋਚਿਆ ਵੀ ਜੇ ਸੱਪ ਦੀ ਪੂਜਾ ਨਾ ਕੀਤੀ ਤੇ ਸੱਪ ਨੇ ਕਰੋਪ ਹੋ ਕੇ ਮਨੁੱਖਾਂ ਨੂੰ ਡਸਣਾ। ਇਸ ਕਰਕੇ ਇਹਨੂੰ ਖੁਸ਼ ਰੱਖਣ ਵਾਸਤੇ ਇਹਦੀ ਪੂਜਾ ਕੀਤੀ ਜਾਏ ਜੀ। ਨਾਗ ਦੇਵਤੇ ਦੀ ਪੂਜਾ, ਨਾਗ ਦੇਵਤੇ ਦੀ ਪੂਜਾ ਭਾਰਤ ਵਿੱਚ ਖਾਸ ਕਰ ਬਹੁਤ ਸਾਰੇ ਸਟੇਟਾਂ 'ਚ ਹੋ ਰਹੀ ਹੈ। ਅੱਜ ਜਿਹੜਾ ਹੈ ਨਾਗ ਪੰਚਮੀ ਦਾ ਮੇਲਾ ਲੱਗਦਾ ਹੈ ਇੱਥੇ ਹਿੰਦੁਸਤਾਨ ਦੀ ਧਰਤੀ ਤੇ ਵੱਡੇ ਪੱਧਰ ਤੇ। ਔਰ ਪੜ੍ਹੇ ਲਿਖੇ ਲੀਡਰ ਉਹ ਨਾਗ ਪੰਚਮੀ ਤੇ ਪਹੁੰਚਦੇ ਆ ਤੇ ਪਤਾ ਨਹੀਂ ਸਿੱਖਿਆ ਉਹ ਕੀ ਦਿੰਦੇ ਹੋਣਗੇ। ਖੋਤੇ ਦੀ ਪੂਜਾ ਹੁੰਦੀ, ਜਰਗ ਦਾ ਮੇਲਾ ਲੱਗਦਾ ਅੱਜ ਵੀ ਹਿੰਦੁਸਤਾਨ ਦੀ ਧਰਤੀ ਤੇ। ਗਧੇ ਦੀ ਪੂਜਾ ਕੀਤੀ ਜਾਂਦੀ ਹੈ। ਗਧਾ ਇੱਕ ਜਿਹੜਾ ਹੈ ਭਾਰ ਢੋਣ ਵਾਲਾ ਜਾਨਵਰ ਹੈ, ਜਿਹੜਾ ਆਪਣੀ ਜੂਨ ਤੋਂ ਸਵੈਮ ਹੀ ਖੁਸ਼ ਨਹੀਂ ਹੈਗਾ। ਔਰ ਗੁਰਬਾਣੀ ਵਿੱਚ ਉਸ ਮਨੁੱਖ ਦੀ ਤੁਲਨਾ ਗਧੇ ਨਾਲ ਕੀਤੀ ਹੈ ਜਿਹਦਾ ਬਿਲਕੁਲ ਦਿਮਾਗ ਕੰਮ ਨਹੀਂ ਕਰਦਾ ਤੇ ਪਰਿਵਾਰ ਦਾ, ਸੰਸਾਰ ਦਾ ਬੋਝ ਚੁੱਕੀ ਫਿਰਦਾ ਹੈ ਤੇ ਰੱਬ ਦਾ ਨਾਮ ਨਹੀਂ ਲੈਂਦਾ। ਉਹਨੂੰ ਕਿਹਾ ਗਿਆ ਗਧਾ ਜੀ। ਉਹਦੀ ਮਨੁੱਖ ਪੂਜਾ ਕਰ ਰਹੇ। ਇੱਥੋਂ ਤੱਕ ਆ ਰਾਜਸਥਾਨ ਸਾਈਡ ਤੁਸੀਂ ਚਲੇ ਜਾਓ ਤੇ ਇੱਧਰ ਤੁਹਾਨੂੰ ਚੂਹੇ ਦੀ ਪੂਜਾ ਕਰਦੇ ਲੋਕ ਮਿਲ ਜਾਣਗੇ। ਇੱਥੋਂ ਤੱਕ ਚੂਹੇ ਨੂੰ ਗਣੇਸ਼ ਦੀ ਸਵਾਰੀ ਕਿਹਾ ਗਿਆ ਹੈ, ਜਦੋਂ ਕਿ ਚੂਹਾ ਜਿਹੜਾ ਐਡਾ ਛੋਟਾ ਜਾਨਵਰ ਉਹਦੀ ਕੋਈ ਸਵਾਰੀ ਨਹੀਂ ਕਰ ਸਕਦਾ। ਕਾਂ ਦੀ ਸਵਾਰੀ ਜੀ, ਕਾਂ ਦੀ ਪੂਜਾ ਕਰਦੇ ਹੈ ਕਿ ਸ਼ਨੀ ਜਿਹੜਾ ਹੈ ਉਹ ਕਾਂ ਦੀ ਸਵਾਰੀ ਕਰਦੇ। ਔਰ ਹੈਰਾਨ ਹੋਵੋਗੇ ਤੁਸੀਂ, ਮੈਂ ਚਲੋ ਇਹ ਪਾਸੇ ਆਪਾਂ ਚਲੇ ਗਏ ਤੇ ਜ਼ਿਆਦਾ ਖਲਾਰਾ ਪੈ ਜਾਣਾ ਜੀ। ਇਹਨੂੰ ਜੇ ਸਮੇਟਦਿਆਂ ਹੋਇਆਂ ਦੱਸੀਏ ਮੂਲ ਰੂਪ ਵਿੱਚ, ਜਿਵੇਂ ਉਸ ਸਮੇਂ ਸ਼ੇਰ ਸੀ, ਸ਼ੇਰ ਬੰਦੇ ਨੂੰ ਪਾੜ ਖਾਂਦਾ ਸੀ। ਉਸ ਵੇਲੇ ਆਦਿ ਮਾਨਵ ਨੇ ਸ਼ੇਰ ਨੂੰ ਖੁਸ਼ ਰੱਖਣ ਵਾਸਤੇ ਸ਼ੇਰ ਦੀ ਪੂਜਾ ਕੀਤੀ ਜੀ। ਜਦੋਂ ਹੜੱਪਾ ਤੇ ਮਹਿਜੋਦੜੋ ਦੀ ਖੁਦਵਾਈ ਹੋਈ, ਉਹਦੇ ਵਿੱਚੋਂ ਜਿਹੜੀਆਂ ਮੋਹਰਾਂ ਮਿਲੀਆਂ ਨਾ, ਉਹਨਾਂ ਮੋਹਰਾਂ ਦੇ ਉੱਤੇ ਕਿਸੇ ਪਾਸੇ ਬਲਦ ਦੀ ਫੋਟੋ ਹੈ, ਕਿਸੇ ਪਾਸੇ ਸ਼ੇਰ ਦੀ, ਕਿਸੇ ਪਾਸੇ ਸੱਪ ਦੀ ਫੋਟੋ ਸਾਨੂੰ ਮਿਲਦੀ ਹੈ ਜੀ। ਈਵਨ ਕਈ ਸਿੱਕਿਆਂ ਦੇ ਉੱਤੇ ਬੋਹੜ ਦੇ ਦਰਖਤ ਦੀ, ਪਿੱਪਲ ਦੇ ਦਰਖਤ ਦੀ, ਕਿੱਕਰ ਦੇ ਦਰਖਤ ਦੀ ਫੋਟੋ ਵੀ ਮਿਲਦੀ ਹੈ। ਹੁਣ ਉਹਨਾਂ ਦੀ ਪੂਜਾ ਵੀ ਉਹ ਆਦਿ ਮਾਨਵ ਕਰਦਾ ਸੀ। ਕਿਉਂਕਿ ਜਿਹੜਾ ਕਿੱਕਰ ਹੈ, ਕਿੱਕਰ ਇੱਕ ਤੇ ਦਾਤਨ ਵਜੋਂ ਵੀ ਕੰਮ ਆਉਂਦਾ ਹੈ ਜੀ, ਦੰਦਾਂ ਦੀ ਸਫਾਈ ਵਾਸਤੇ। ਦੂਸਰਾ, ਕਿੱਕਰ ਦਾ ਜਿਹੜਾ ਕੋਲਾ ਹੈ ਬਹੁਤਾਤ ਰੋਗਾਂ ਤੇ ਉਹ ਵਰਤਿਆ ਜਾਂਦਾ ਹੈ। ਬਹੁਤ ਸਾਰੀਆਂ ਦਵਾਈਆਂ ਜਿਨ੍ਹਾਂ ਵਿੱਚ ਕਿੱਕਰ ਦਾ ਕੋਲਾ ਪੈਂਦਾ ਹੈ ਜੀ। ਸੱਪ ਡਸਣ ਵਾਲੀਆਂ ਦਵਾਈਆਂ ਤੇ ਵੀ ਪੈਂਦਾ ਹੈ। ਇੱਥੋਂ ਤੱਕ ਕੋਈ ਜ਼ਹਿਰੀਲਾ ਕੀੜਾ ਮਨੁੱਖ ਨੂੰ ਲੜ ਜਾਂਦਾ, ਉਹਦੇ ਤੇ ਕਿੱਕਰ ਦੇ ਕੋਲੇ ਦਾ ਜਿਹੜਾ ਸਵਾਹ ਹੈ ਉਹ ਬੰਨਿਆ ਜਾਂਦਾ ਹੈ, ਸੜੇ ਹੋਏ ਮਨੁੱਖ ਤੇ ਬੰਨਿਆ ਜਾਂਦਾ ਹੈ। ਕਹਿਣ ਦਾ ਭਾਵ ਇਹ ਆ, ਕਿੱਕਰ ਉਹਨਾਂ ਨੂੰ ਲਾਭਦਾਇਕ ਲੱਗਾ, ਉਹਦੀ ਪੂਜਾ ਕੀਤੀ। ਪਿੱਪਲ ਜਿਹੜਾ, ਪਿੱਪਲ 24 ਘੰਟੇ ਆਕਸੀਜਨ ਦਿੰਦਾ ਜੀ। ਉਹਨਾਂ ਨੇ ਵੇਖਿਆ ਜੇ ਪਿੱਪਲ ਦੇ ਦਰਖਤ ਲੋਕ ਵੱਢਣ ਲੱਗ ਪਏ ਤੇ 24 ਘੰਟੇ ਆਕਸੀਜਨ ਦੇਣ ਵਾਲਾ ਕੋਈ ਬੂਟਾ ਨਹੀਂ ਲੱਭਣਾ। ਇਸ ਕਰਕੇ ਉਹਨਾਂ ਨੇ ਆਪਣੀ ਲੋੜਾਂ ਦੀ ਪੂਜਾ ਵੀ ਕੀਤੀ, ਜਿਹੜੀਆਂ ਚੀਜ਼ਾਂ ਤੋਂ ਉਹਨਾਂ ਦੀ ਲੋੜ ਪੂਰੀ ਹੁੰਦੀ ਸੀ। ਇਸ ਕਰਕੇ ਉਹਨਾਂ ਨੂੰ ਪਤਾ ਕਿ ਪਿੱਪਲ ਆਕਸੀਜਨ ਦਿੰਦਾ, ਉਹਨਾਂ ਪਿੱਪਲ ਦੀ ਪੂਜਾ
ਸ਼ੁਕਰਾਨੇ ਦੇ ਤੌਰ ਸ਼ੁਕਰਾਨੇ ਦੇ ਤੌਰ ਤੇ। ਜੀ। ਪਰ ਅੱਜ ਵੀ ਪਿੱਪਲ ਨੂੰ ਮੌਲੀਆਂ ਬੱਧੀਆਂ, ਕਿੱਕਰ ਨੂੰ ਮੌਲੀਆਂ ਬੱਧੀਆਂ ਤੁਹਾਨੂੰ ਉਸ ਸਮੇਂ ਤੋਂ ਮਿਲ ਜਿਹੜੀਆਂ ਜਾਣਗੀਆਂ। ਮਿੱਥਾਂ ਚੱਲ ਰਹੀਆਂ ਲਗਾਤਾਰ ਅੱਜ ਵੀ ਚੱਲ ਰਹੀਆਂ ਨੇ। ਮੈਨੂੰ ਇੰਜ ਲੱਗਦਾ ਵੀ ਮਨੁੱਖ ਆਦੀ ਮਨ ਵੀ ਹੈ ਜੇ, ਪਰ ਉਹਦਾ ਕੱਪੜੇ ਪਾਉਣ ਦਾ ਢੰਗ ਬਦਲ ਗਿਆ ਹੈ, ਖਾਣ ਦਾ ਢੰਗ ਬਦਲ ਗਿਆ ਹੈ, ਪਕਾ ਕੇ ਖਾਣ ਲੱਗ ਪਿਆ ਹੈ, ਕੋਠੀ ਬਣਾ ਕੇ ਰਹਿਣ ਲੱਗ ਪਿਆ, ਪਰ ਸੋਚ ਇਹਦੀ ਪੱਥਰ ਕਾਲ ਵਾਲੀ ਹੈ ਜੀ। ਸੋਚ ਇਹਦੀ ਡਿਵੈਲਪ ਨਹੀਂ ਹੋਈ। ਅੱਜ ਵੀ ਇਹ ਮੁਰਦਿਆਂ ਦੀ ਪੂਜਾ ਕਰਦਾ ਹੈ, ਕਬਰਾਂ ਦੀ ਪੂਜਾ ਕਰਦਾ ਹੈ, ਦਰਖਤਾਂ ਦੀ ਪੂਜਾ ਕਰਦਾ ਹੈ, ਸੱਪ ਦੀ ਪੂਜਾ ਕਰਦਾ ਹੈ ਜੀ। ਉਹ ਸਾਰਾ ਕੁਝ ਜਿਹੜਾ ਆਦੀ ਮਾਨਵ ਦੀ ਡਰ ਤੇ ਲੋੜ ਵਿੱਚੋਂ ਨਿਕਲਿਆ। ਜਿਹੜਾ ਮੁੱਢਲੇ ਰੂਪ ਵਿੱਚ ਜਿਹੜਾ ਆਦੀ ਮਾਨਵਾਂ ਨੇ ਧਰਮ ਬਣਾਇਆ ਉਹ ਡਰ ਵਿੱਚੋਂ ਤੇ ਲੋੜ ਵਿੱਚੋਂ ਜਨਮੇ ਜੀ। ਫਿਰ ਹੌਲੀ ਹੌਲੀ ਜਿਵੇਂ ਜਿਵੇਂ ਲੋੜਾਂ ਵੱਧਦੀਆਂ ਗਈਆਂ ਤਿਵੇਂ ਤਿਵੇਂ ਦੇਵਤੇ ਵਧਦੇ ਗਏ, ਧਾਰਮਿਕ ਦੇਵਤੇ ਬਣਦੇ ਗਏ ਜੀ। ਹੌਲੀ ਹੌਲੀ ਇੱਥੋਂ ਤੱਕ 33 ਕਰੋੜ ਦੇਵਤੇ ਬਣ ਗਏ। ਫਿਰ ਉਸ ਤੋਂ ਬਾਅਦ ਇਹਨਾਂ ਦਾ ਨਾਮ ਯਾਦ ਰੱਖਣਾ ਵੀ ਮੈਂ ਖੁਦ ਇੱਥੇ ਤੁਹਾਡੇ ਕੋਲੋਂ ਇੱਕ ਸਵਾਲ ਹੋ ਲੈਂਦੇ ਆ। ਜਿਹੜਾ ਦੇਵਤਾ ਸ਼ਬਦ ਆ ਇਹਦੇ ਸ਼ਬਦ ਕੀ ਨੇ? ਆਰਥਿਕ ਜੇਕਰ ਅਰਥ ਕੱਢਣੇ ਹੋਣ ਜਾਂ ਇਹਦੀ ਪਰਿਭਾਸ਼ਾ ਦੇਣੀ ਹੋਵੇ ਦੇਵਤਾ ਸ਼ਬਦ ਦੀ ਕੀ ਦਊਂਗੇ? ਦੇਵਤੇ ਦੇ ਅਰਥ ਹੁੰਦੇ ਦੈਵੀ ਗੁਣਾਂ ਨਾਲ ਸਰਸਾਰ ਮਨੁੱਖ। ਜਿਹੜਾ ਵਧੀਆ ਪ੍ਰਭੂ ਵਾਲੇ ਗੁਣਾਂ ਨਾਲ ਭਰਪੂਰ ਮਨੁੱਖ ਹੈ, ਚੰਗੇ ਗੁਣਾਂ ਨਾਲ ਭਰਪੂਰ ਮਨੁੱਖ ਹੈ, ਉਹਨੂੰ ਕਿਹਾ ਜਾਂਦਾ ਹੈ ਦੇਵਤਾ। ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਬਕਾਇਦਾ ਇਹ ਸਮਝਾਇਆ ਹੈ ਵੀ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਮਨੁੱਖਾਂ ਤੋਂ ਦੇਵਤੇ ਕੀਤੇ ਜੀ। ਉਹ ਹੁਣ ਇਹ ਨਹੀਂ ਵੀ ਮਹਾਰਾਜ ਨੇ ਉਹਨਾਂ ਨੂੰ ਕਤਲ ਕਰਕੇ ਮਾਰ ਕੇ ਦੇਵਤੇ ਕੀਤਾ, ਭਾਵ ਕਿ ਉਹਨਾਂ ਮਨੁੱਖਾਂ ਵਿੱਚ ਉਹ ਦੇਵੀ ਗੁਣ ਭਰ ਦਿੱਤੇ ਜਿਨ੍ਹਾਂ ਦੇ ਨਾਲ ਉਹ ਮਨੁੱਖਾਂ ਤੋਂ ਉੱਪਰ ਉੱਠ ਕੇ ਦੇਵਤਿਆਂ ਵਾਂਗੂ ਸੋਚਣ ਲੱਗ ਪਏ। ਵੰਡਣਾ ਦੇਣ ਵਾਲਾ ਜਿੰਦਾ ਉਹ ਦੇਵਤਾ ਹੁੰਦਾ। ਹਾਂ, ਕੁਝ ਦੇਣਾ ਕਿਸੇ ਨੂੰ, ਖੁਸ਼ੀਆਂ ਵੰਡਣਾ। ਉਹਦੇ ਸਦਰਮ ਤੁਸੀਂ ਦੇਣ ਵਾਲੇ ਵੀ ਕਰ ਸਕਦੇ ਜੇ, ਕਿਉਂਕਿ ਜਦੋਂ ਰੱਬੀ ਗੁਣ ਆ ਗਏ, ਦੈਵੀ ਗੁਣ ਆ ਗਏ, ਉਹਦੇ ਵਿੱਚ ਕਈ ਗੁਣ ਆ ਜਾਣੇ ਆ। ਉਹਦੇ ਵਿੱਚ ਰੱਖਣਹਾਰ, ਪਾਲਣਹਾਰ, ਬਖਸ਼ਣਹਾਰ ਕਈ ਗੁਣ ਆ ਜਾਣੇ ਜੀ। ਸੋ ਇਹ ਸਾਰੇ ਗੁਣ ਜਿਹੜੇ ਮਨੁੱਖ ਚ ਹੋਣ ਉਹਨੂੰ ਆਪਾਂ ਦੇਵਤਾ ਕਹਿ ਦਿੰਦੇ। ਅੱਜ ਵੀ ਦੇਵਤੇ ਆਪਾਂ ਕਈ ਮਨੁੱਖ ਕਹਿੰਦੇ ਆ, ਆਪਾਂ ਕਹਿ ਦਿੰਦੇ ਦੇਵਤਾ ਰੂਪ ਹੈ। ਹਾਂ, ਦੇਵਤਾ ਰੂਪ ਹੈ, ਮੇਰੇ ਕੋਲ ਗਲਤੀ ਹੋਈ ਨੇ ਬਖਸ਼ ਲਿਆ, ਉਹਦੇ ਵਿੱਚ ਦੈਵੀ ਗੁਣ ਹੈ ਜੀ, ਉਹਨੇ ਮੈਨੂੰ ਰੱਖ ਲਿਆ, ਇਹ ਦੈਵੀ ਗੁਣ ਹੈ। ਇਸ ਕਰਕੇ ਅੱਜ ਵੀ ਦੇਵਤੇ ਹੈ ਜਿਹੜੇ ਆ। ਹੁਣ ਹੜ੍ਹ ਆਏ, ਹੜ੍ਹਾਂ ਦੇ ਵਿੱਚ ਜਿਹੜੇ ਜਾ ਜਾ ਕੇ ਮਤ ਕਰ ਰਹੇ ਦੇਵਤੇ ਨਹੀਂ ਤੇ ਹੋਰ ਕੌਣ ਹੈ ਜੀ। ਇਹ ਇਸੇ ਤਰੀਕੇ ਜਦੋਂ ਕਿਤੇ ਭੁੱਖਮਰੀ ਪੈਂਦੀ ਹੈ, ਕਾਲ ਪੈਂਦਾ, ਜਿਹੜੇ ਲੰਗਰ ਵਰਤਾਉਂਦੇ ਆ, ਪਹੁੰਚਦੇ ਆ, ਆਕਸੀਜਨਾਂ ਦਾ ਲੰਗਰ ਲਾਉਂਦੇ, ਉਹ ਦੇਵਤੇ ਨਹੀਂ ਤੇ ਹੋਰ ਕੌਣ ਹੈ। ਇਹ ਗੁਰੂ ਦੀ ਕੀਤੀ ਹੋਈ ਬਖਸ਼ਿਸ਼ ਹੈ। ਤੇ ਸਿੰਘ ਸਾਹਿਬ ਅਸੀਂ ਧਰਮ ਦੀ ਗੱਲ ਤੇ ਫਿਰ ਵਾਪਸ ਆਉਣਾ ਚਾਹਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਧਰਮ ਦੀ ਪਰਿਭਾਸ਼ਾ ਕੀ? ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਕਿਹਾ ਹੈ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ ਜੀ। ਬਸ ਇਹ ਇੱਕ ਪੰਕਤੀ ਮੇਰਾ ਖਿਆਲ ਪੂਰੀ ਵਿਆਖਿਆ ਧਰਮ ਦੀ ਕਰ ਦਿੰਦੀ। ਉਹ ਕਹਿੰਦੇ ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਇਹੀ ਹੈ ਕਿ ਮਨੁੱਖ ਹਰੀ ਦਾ ਨਾਮ ਜਪ ਕੇ ਤੇ ਨਿਰਮਲ ਕੰਮ ਕਰੇ, ਭਾਵ ਕਿ ਉਹ ਰੱਬ ਵਰਗੇ ਕੰਮ ਵੀ ਕਰੇ ਜੀ। ਇਹ ਨਾ ਹੋਵੇ ਵਾਹਿਗੁਰੂ ਵਾਹਿਗੁਰੂ ਦੁਕਾਨ 'ਚ ਕਰੀ ਜਾਵੇ ਤੇ ਗਾਹਕਾਂ ਦੀ ਛਿੱਲ ਲਾਈ ਜਾਏ। ਇਹ ਨਾ ਹੋਵੇ ਵੀ ਉਹ ਸੁਖਮਨੀ ਸਾਹਿਬ ਦਾ ਪਾਠ ਵੀ ਕਰੇ ਤੇ ਪਰ ਨਕਲੀ ਸਮਾਨ ਆਪਣੀ ਦੁਕਾਨ ਵਿੱਚ ਵੇਚੀ ਜਾਏ। ਮਤਲਬ ਕੰਮ ਵੀ ਉਹਦੇ ਨਾਲ ਨਿਰਮਲ ਹੋਣੇ ਚਾਹੀਦੇ। ਕੰਮ ਇਦਾਂ ਦੇ ਹੋਣ ਵੀ ਕੀਤੇ ਹੋਏ ਬੰਦੇ ਨੇ ਹੋਣ, ਪਰ ਇੰਜ ਲੱਗਣ ਵੀ ਜਿਵੇਂ ਰੱਬ ਨੇ ਕੀਤੇ ਹੋਣ ਜੀ। ਸੋ ਇਸ ਤਰੀਕੇ ਨਾਲ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੰਮਾਂ ਦਾ ਤੇ ਰੱਬ ਦੇ ਨਾਮ ਦਾ ਸੁਮੇਲ ਕਰਕੇ ਇੱਕ ਧਰਮ ਨੂੰ ਜਨਮ ਦਿੱਤਾ ਜੀ। ਮੈਂ ਉਸੇ ਗੱਲ ਤੇ ਆਉਣ ਲੱਗਾ ਵੀ ਪਹਿਲੋਂ ਇਹਦਾ ਪਿਛੋਕੜ ਹੋਰ ਸੀ। ਉਹ ਡਰ ਸੀ, ਲੋੜ ਸੀ, ਪਰ ਪ੍ਰੇਮ ਦੇ ਨਾਲ ਜਿਹੜਾ ਬਣਾਇਆ ਗਿਆ ਪੰਥ ਹੈ, ਰਸਤਾ ਹੈ, ਉਹ ਇੱਕ ਅਲੱਗ ਹੈ। ਵੈਸੇ ਗੁਰਬਾਣੀ ਮੰਨਦੀ ਧਰਮ ਇੱਕੋ ਹੀ ਹੈ ਜੀ। ਗੁਰਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਇੱਕੋ ਧਰਮ ਦ੍ਰਿੜ ਹੈ ਸੱਚ ਕੋਈ। ਕਹਿੰਦੇ ਵੀ ਧਰਮ ਇੱਕੋ ਹੀ ਹੈ, ਉਹਨੂੰ ਮਿਲਣ ਦੇ, ਉਹਦੇ ਤੱਕ ਪਹੁੰਚਣ ਦੇ ਰਸਤੇ ਅਲੱਗ-ਅਲੱਗ ਹੋ ਸਕਦੇ ਉਹਨੂੰ ਧਾਰਨ ਕਰਨ ਦੇ ਜੀ। ਜਿਵੇਂ ਫਰਜ਼ ਕਰੋ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਜਿਹੜੀ ਸਥਾਪਨਾ ਕੀਤੀ, ਉਹਨਾਂ 4 ਦਰਵਾਜ਼ੇ ਰੱਖੇ। ਇਹ ਉਹ ਇਸ ਗੱਲ ਦੀ ਵਿਆਖਿਆ ਕਰਦੇ ਆ, 4 ਵਰਨਾਂ ਦੇ ਲੋਕ 4 ਦਿਸ਼ਾਵਾਂ ਵਿੱਚੋਂ ਇੱਥੇ ਆ ਕੇ ਇਕੱਤਰ ਹੁੰਦੇ ਆ, ਪਰ ਉਹਨਾਂ ਸਾਰਿਆਂ ਨੂੰ ਆਉਣਾ ਇੱਕ ਰਸਤੇ ਹੀ ਪਏਗਾ ਜੀ। ਉਹ ਰਸਤਾ ਹੈ ਪ੍ਰੇਮ ਦਾ ਰਸਤਾ। ਜੇ ਕੋਈ ਮਨੁੱਖ ਧਰਮ ਦੀ ਦੁਨੀਆ ਵਿੱਚ ਆਉਣਾ ਚਾਹੁੰਦਾ ਹੈ, 4 ਦਿਸ਼ਾਵਾਂ ਚੋਂ 4 ਵਰਨਾਂ ਚੋਂ ਆ ਸਕਦਾ ਹੈ, ਪਰ ਉਹਨਾਂ 4 ਨੂੰ ਆਉਣ ਵਾਲਾ ਰਸਤਾ ਇੱਕੋ ਹੀ ਹੈ, ਉਹ ਪ੍ਰੇਮ ਜੀ। ਸੋ ਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਹੀ ਇਹ ਆਪਾਂ ਰੋਜ਼ ਨਿਤਨੇਮ ਦੀ ਬਾਣੀ 'ਚ ਪੜ੍ਹਦੇ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ।
ਜੀ ਕਹਿਣ ਦਾ ਭਾਵ ਹੈ ਕੋਈ ਪ੍ਰੇਮ ਵਾਲਾ ਧਰਮ ਵੀ ਹੋ ਸਕਦਾ ਹੈ, ਉਹ ਗੁਰੂ ਪਾਤਸ਼ਾਹ ਜੀ ਨੇ ਆ ਕੇ ਪੈਦਾ ਕੀਤਾ। ਫਿਰ ਇੱਕ ਜਿਹੜਾ ਸਾਡਾ ਮਤ ਹੈ ਇਹਨੂੰ ਪੰਥ ਕਿਹਾ ਜਾਂਦਾ ਹੈ। ਆਪਾਂ ਇਹ ਨਹੀਂ ਕਹਿੰਦੇ ਸਿੱਖ ਧਰਮ, ਬੁੱਧ ਧਰਮ, ਜੈਨ ਧਰਮ, ਇਹ ਸਾਡੇ ਵਰਡ ਆ। ਗੁਰਬਾਣੀ ਮੁਤਾਬਕ ਧਰਮ ਇੱਕੋ ਹੀ ਹੈ। ਇਹ ਮਤ ਹੈ, ਸਿੱਖ ਮਤ, ਬੁੱਧ ਮਤ, ਜੈਨ ਮਤ, ਇਹ ਰਸਤੇ ਨੇ ਉਹਦੇ ਤੱਕ ਜਾਣ ਵਾਲੇ। ਫਰਜ਼ ਕਰੋ ਜੇ ਪੰਡਤ ਹੈ ਉਹਦਾ ਜਨੇਊ ਇੱਥੇ ਰਹਿ ਜਾਣਾ ਹੈ ਜੀ, ਉਹਦਾ ਤਿਲਕ ਇੱਥੇ ਰਹਿ ਜਾਣਾ ਹੈ, ਤੇ ਜਿਹੜਾ ਇਸਲਾਮ ਧਰਮ ਵਿੱਚ ਪਹਿਰਾਵਾ ਉਹ ਵੀ ਇੱਥੇ ਰਹਿ ਜਾਣਾ ਹੈ ਜੀ, ਜਿਹੜਾ ਸਿੱਖ ਧਰਮ ਦਾ ਪਹਿਰਾਵਾ ਉਹ ਵੀ ਇੱਥੇ ਰਹਿ ਜਾਣਾ ਹੈ। ਨਾਲ ਸਾਰਿਆਂ ਦੇ ਇੱਕੋ ਚੀਜ਼ ਜਾਣੀ ਹੈ, ਉਹ ਹੈ ਨਿਰਮਲ ਕਰਮ ਤੇ ਪ੍ਰਭੂ ਦਾ ਨਾਮ ਜੀ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਜੇ ਕੋਈ ਵਾਕਿਆ ਹੀ ਮਨੁੱਖ ਸ਼੍ਰੇਸ਼ਟ ਧਰਮੀ ਬਣਨਾ ਚਾਹੁੰਦਾ ਹੈ, ਉਹ ਕਰਮ ਕਾਂਡਾਂ ਤੋਂ, ਪਹਿਰਾਵਿਆਂ ਤੋਂ, ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦਾ ਨਾਮ ਜਪੇ ਤੇ ਨਾਲ ਜਿਹੜੇ ਉਹ ਕੰਮ ਵੀ ਪ੍ਰਮਾਤਮਾ ਵਰਗੇ ਦੁਨੀਆ ਵਿੱਚ ਕਰੇ। ਤੇ ਇੱਕ ਸਵਾਲ ਤੁਹਾਡੇ ਕੋਲ ਇਹ ਵੀ ਲੈ ਰਹੇ ਹਾਂ ਕਿ ਅੱਜ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਵਿਚਾਰਧਾਰਾ ਹੈ, ਕਈ ਦੁਖੀਆਂ ਨੂੰ ਉਹ ਬੜੀ ਖੜਕਦੀ ਹੈ। ਉਹ ਉਹਨਾਂ ਦੀ ਸੋਚ ਹੁੰਦੀ ਆ, ਜਿਵੇਂ ਕਹਿੰਦੇ ਆ ਬੌਧਿਕ ਪੱਧਰ ਤੇ ਤੁਸੀਂ ਦੱਸਿਆ ਕਿ ਵਿਕਾਸ ਅੱਜ ਵੀ ਮਨੁੱਖਾਂ ਦਾ ਨਹੀਂ ਹੋਇਆ, ਕਿਉਂਕਿ ਜਿਹੜਾ ਬੌਧਿਕ ਪੱਧਰ ਤੋਂ ਵਿਕਾਸ ਹੋਇਆ ਮਨੁੱਖ ਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅੱਗੇ ਨਤਮਸਤਕ ਹੁੰਦਾ ਹੈ, ਆਪਣਾ ਆਪ ਸਮਰਪਣ ਕਰ ਦਿੰਦਾ ਹੈ। ਉਸ ਵੇਲੇ ਵੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੰਪਾਦਨਾ ਕਰ ਰਹੇ ਸੀ, ਉਸ ਵੇਲੇ ਦੇ ਜਿਹੜੇ ਰਾਜਨੀਤਿਕ ਤੇ ਸਮਕਾਲੀ ਹਾਲਾਤ ਸਨ, ਉਸ ਦੇ ਬਾਬਤ ਅਸੀਂ ਤੁਹਾਡੋਂ ਇਤਿਹਾਸਿਕ ਕੁਝ ਪੱਖ ਜਾਣਨਾ ਚਾਹਾਂਗੇ, ਕਿਉਂਕਿ ਉਸ ਵੇਲੇ ਵੀ ਸ਼ਿਕਾਇਤਾਂ ਉਸ ਸਮੇਂ ਦੀ ਹਕੂਮਤ ਨੂੰ ਬਹੁਤ ਜਾਂਦੀਆਂ ਨੇ। ਉਹਨਾਂ ਦਾ ਵੀ ਜਿਹੜਾ ਉਸ ਸਮੇਂ ਦੇ ਬਾਦਸ਼ਾਹ ਨੂੰ, ਉਸ ਸਮੇਂ ਦੀ ਹਕੂਮਤ ਨੂੰ ਵੀ ਜਿਹੜੀ ਫਿਰ ਸੱਚ ਦੀ ਜਿਹੜੀ ਕਸੌਟੀ ਆ ਉਸ ਦੇ ਦੁਆਰਾ ਸਮਝਾਇਆ ਜਾਂਦਾ, ਤੇ ਉਸ ਸਮੇਂ ਦੀ ਹਕੂਮਤ ਸਮਝਦੀ ਹੈ ਤੇ ਝੁਕਦੀ ਵੀ ਹੈ। ਤੇ ਉਸ ਵੇਲੇ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਦੇ ਸਮੇਂ, ਉਸ ਤੋਂ ਪਹਿਲਾਂ ਜਦੋਂ ਸੰਪਾਦਨਾ ਸ਼ੁਰੂ ਕੀਤੀ ਗੁਰੂ ਮਹਾਰਾਜ ਜੀ ਨੇ, ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਵੀ ਆਈਆਂ ਸਨ, ਕਿਉਂਕਿ ਜਿਹੜਾ ਕੋਈ ਵੀ ਕਾਰਜ ਕਰਦੇ ਹਾਂ, ਅੱਜ ਵੀ ਅਸੀਂ ਕੋਈ ਧਰਮ ਹੇਤ ਕਾਰਜ ਕਰਦੇ ਹਾਂ ਤਾਂ ਅੱਜ ਵੀ ਸਾਨੂੰ ਬਹੁਤ ਸਾਰੀਆਂ, ਕਿਉਂਕਿ ਮਨੁੱਖਾਂ ਦੀ ਵਿਚਾਰਧਾਰਾ ਅਲੱਗ ਹੈ, ਭਿੰਨ ਭਿੰਨ ਹੈ। ਜੇ ਤੁਸੀਂ ਕੋਈ ਚੰਗਾ ਕਾਰਜ ਵੀ ਕਰਦੇ ਆ, ਤੁਹਾਨੂੰ ਰੋਕਣ ਵਾਲੇ ਅੱਜ ਵੀ ਬਹੁਤ ਆ ਜਾਂਦੇ ਨੇ, ਤੁਹਾਡੇ ਤੇ ਕਟਾਸ਼ ਕਰਨ ਵਾਲੇ ਵੀ। ਉਸ ਵੇਲੇ ਦੀਆਂ ਪਰਿਸਥਿਤੀਆਂ ਕਿਸ ਸਨ ਗੁਰੂ ਇਤਿਹਾਸ ਅਨੁਸਾਰ? ਵੈਸੇ ਗੁਰੂ ਅਰਜਨ ਸਾਹਿਬ ਜੀ ਤੋਂ ਜੇ ਪਹਿਲਾਂ ਵੀ ਆਪਾਂ ਗੱਲ ਕਰੀਏ ਜੀ, ਜਦੋਂ ਗੁਰਬਾਣੀ ਦੀ ਰਚਨਾ ਹੋਈ ਜਾਂ ਜਿਹੜੇ ਭਗਤ ਸਾਹਿਬਾਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਬਾਣੀ ਦੀ ਰਚਨਾ ਕੀਤੀ, ਵਿਰੋਧ ਉਹਨਾਂ ਦਾ ਵੀ ਹੋਇਆ। 12ਵੀਂ ਸਦੀ ਬਾਬਾ ਫਰੀਦ ਜੀ, ਬਾਬਾ ਫਰੀਦ ਜੀ, ਭਗਤ ਕਬੀਰ ਜੀ ਜੀ। ਹੁਣ ਵੇਖੋ ਭਗਤ ਕਬੀਰ ਜੀ ਬੜੇ ਕ੍ਰਾਂਤੀਕਾਰੀ ਭਗਤ ਹੈ ਜੀ, ਜਿਨ੍ਹਾਂ ਨੇ ਕਰਮ ਕਾਂਡਾਂ ਤੇ ਭਾਰੀ ਸੱਟ ਮਾਰੀ। ਉਸ ਵੇਲੇ ਜਿਹੜੇ ਮਨੁੱਖ ਰੱਬ ਨੂੰ ਪੂਜਣ ਦੀ ਥਾਂ, ਰੱਬ ਨੂੰ ਮੰਨਣ ਦੀ ਥਾਂ, ਉਹਨਾਂ ਨੇ ਇੱਕ ਮੂਰਤੀ ਨੂੰ ਤਰਜੀਹ ਦੇ ਦਿੱਤੀ, ਮੂਰਤੀ ਨੂੰ ਰੱਬ ਬਣਾ ਲਿਆ ਜੀ। ਤੇ ਭਗਤ ਕਬੀਰ ਜੀ ਨੇ ਵੇਖਿਆ ਵੀ ਰੱਬ ਨੂੰ ਜਾਣ ਵਾਲਾ ਰਸਤਾ ਇਹ ਹੈ, ਪਰ ਇਹਨਾਂ ਨੇ ਰੱਬ ਕੋਲ ਜਾਣ ਦੀ ਥਾਂ ਰੱਬ ਦੇ ਵਿਪਰੀਤ ਇੱਕ ਮੂਰਤੀ ਖੜੀ ਕਰ ਦਿੱਤੀ ਹੈ। ਤੇ ਰੱਬ ਵੱਲ ਕਿਹੜੇ ਵੇਲੇ ਜਾਣਗੇ ਜਦੋਂ ਇਹ ਰੱਬ ਤੋਂ ਉਲਟ ਦਿਸ਼ਾ ਵੱਲ ਚੱਲ ਰਹੇ। ਉਹਨਾਂ ਉਸ ਵੇਲੇ ਗੁਰਬਾਣੀ ਵਿੱਚ ਜ਼ਿਕਰ ਕੀਤਾ। ਵੈਸੇ ਉਹਨਾਂ ਦੇ ਵੇਲੇ ਇੱਕ ਇਤਿਹਾਸਕ ਘਟਨਾ ਵੀ ਆਉਂਦੀ ਹੈ ਜਿਹਦਾ ਜ਼ਿਕਰ ਉਹਨਾਂ ਨੇ ਆਪਣੀ ਬਾਣੀ ਵਿੱਚ ਵੀ ਕੀਤਾ ਹੈ। ਇੱਕ ਮਾਈ ਥੋੜ੍ਹੇ ਜਿਹੇ ਚੌਲ, ਥੋੜ੍ਹੀ ਜਿਹੀ ਦਾਲ, ਥੋੜ੍ਹੀ ਜਿਹੀ ਪੰਜੀਰੀ, ਥੋੜ੍ਹਾ ਜਿਹਾ ਪਤਲਾ ਜਿਹਾ ਕੜਾਹ ਉਹਨੇ ਇੱਕ ਥਾਲੀ ਵਿੱਚ ਪਾਇਆ, ਵੱਖ-ਵੱਖ ਕੌਲੀਆਂ ਵਿੱਚ ਜੀ। ਉਹ ਪੱਥਰ ਦੀ ਬਣਾਈ ਮੂਰਤੀ ਜਿਹੜੀ ਸੀ ਉਹਦੇ ਵੱਲ ਨੂੰ ਲੈ ਕੇ ਆਈ। ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਹੈ, ਭਾਂਤ ਪਿਹਤ ਅਰ ਲਾਪਸੀ। ਭਾਂਤ ਕਹਿੰਦੇ ਚੌਲਾਂ ਨੂੰ, ਪਿਹਤ ਕਹਿੰਦੇ ਦਾਲ ਨੂੰ, ਲਾਪਸੀ ਕਹਿੰਦੇ ਪਤਲੇ ਜੇ ਕੜਾਹ ਨੂੰ ਜੀ। ਕਰਕਰਾ ਕਾ ਸਾਰ, ਕਰਕਰੀ ਜੀ ਪੰਜੀਰੀ। ਉਹ ਜਦੋਂ ਪੁਜਾਰੀ ਨੂੰ ਦਿੱਤੀ ਗਈ, ਪੁਜਾਰੀ ਨੇ ਥੋੜ੍ਹਾ ਜਿਹਾ ਵਿੱਚੋਂ ਪਤਲਾ ਜਿਹਾ ਕੜਾਹ ਤੇ ਥੋੜ੍ਹੀ ਪੰਜੀਰੀ ਭਗਵਾਨ ਦੇ ਮੂੰਹ ਨੂੰ ਲਾ ਦਿੱਤੀ ਜੀ। ਹੁਣ ਜਿਹੜਾ ਮਿੱਠਾ ਭਗਵਾਨ ਦੇ ਮੂੰਹ ਨੂੰ ਲੱਗਾ ਹੋਵੇ ਤੇ ਕੀੜੀਆਂ ਚੜ੍ਹਨੀਆਂ ਵੀ ਸੁਭਾਵਿਕ ਹੈ। ਉਹਨਾਂ ਇਲਾਜ ਇਹ ਲੱਭਿਆ ਸੀ ਵੀ ਭਗਵਾਨ ਦੇ ਮੂੰਹ ਨੂੰ ਕੀੜੀਆਂ ਨਾ ਚੜ੍ਹਨ, ਇਸ ਕਰਕੇ ਉੱਤੋਂ ਥੋੜ੍ਹੀ ਜਿਹੀ ਸਵਾਹ ਲਾ ਦਿੰਦੇ ਸੀ ਜੀ। ਭਗਤ ਕਬੀਰ ਜੀ ਜਦੋਂ ਉਹ ਖਾਲੀ ਬਰਤਨ ਲੈ ਕੇ ਮਾਈ ਵਾਪਸ ਪਰਤੀ ਨਾ, ਉਹਨੂੰ ਰੋਕ ਲਿਆ। ਕਹਿਣ ਲੱਗੇ, ਬੀਬੀ ਜੀ ਇਹ ਖਾਣਾ ਕਿਹਦੇ ਲਈ ਲੈ ਕੇ ਆਏ ਜੇ? ਉਹ ਕਹਿੰਦੀ ਮੈਂ ਇਸ ਮੂਰਤੀ ਲਈ ਲੈ ਕੇ ਆਈ ਹਾਂ, ਭਗਵਾਨ ਦੀ ਲਈ ਜੀ। ਉਹ ਕਹਿੰਦੇ ਵੀ ਸਾਰਾ ਖਾਣਾ ਤੇਰਾ ਪੰਡਤ ਖਾ ਗਿਆ, ਤੇਰੇ ਭਗਵਾਨ ਦੇ ਮੂੰਹ ਵਿੱਚ ਤੇ ਉਹਨੇ ਸਵਾਹ ਪਾ ਦਿੱਤੀ ਹੈ। ਭਾਂਤ ਪਿਹਤਰ ਲਾਪਸੀ, ਕਰਕਰਾ ਕਾ ਸਾਰ, ਭੋਗਣ ਹਾਰੇ ਭੋਗਿਆ, ਇਸ ਮੂਰਤ ਕੇ ਮੁਖ ਛਾਰ ਜੀ। ਹੁਣ ਜਦੋਂ ਇਹ ਗੱਲਾਂ ਪੁਜਾਰੀਆਂ ਨੇ ਸੁਣੀਆਂ, ਉਹ ਕਹਿੰਦੇ ਇਹਨਾਂ ਨੇ ਤੇ ਮੰਦਰ ਨੂੰ ਜੰਦਰੇ ਲਵਾ ਦੇਣੇ।
ਭਾਵੇਂ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਵਿੱਚ ਇਸ ਤੋਂ ਵੀ ਪਹਿਲਾਂ ਦਾ ਜ਼ਿਕਰ ਕਰਦੇ ਆ, ਜਦੋਂ ਮੂਰਤੀ ਪੂਜਾ ਨਹੀਂ ਸੀ ਹੁੰਦੀ ਜੀ। ਜਦੋਂ ਮੂਰਤੀ ਪੂਜਾ ਨਹੀਂ ਸੀ ਹੁੰਦੀ ਫਿਰ ਸਵਾਲ ਇਹ ਪੈਦਾ ਹੁੰਦਾ, ਫਿਰ ਉਦੋਂ ਮੰਦਰਾਂ ਵਿੱਚ ਕਾਹਦੀ ਪੂਜਾ ਹੁੰਦੀ ਸੀ? ਗੁਰਬਾਣੀ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਤੇ ਇਹਦੇ ਤੋਂ ਦਾਸ ਨੇ ਪਿਛੋਕੜ ਪੜ੍ਹਨ ਦਾ ਯਤਨ ਕੀਤਾ ਹੈ ਕਿ ਜਿਹੜੇ ਸਨਾਤਨੀ ਮਤ ਦੇ ਮੰਦਰ ਸੀ, ਇਹਨਾਂ ਵੱਡੇ ਵੱਡੇ ਮੰਦਰਾਂ ਵਿੱਚ 4 ਵੇਦਾਂ ਦਾ ਤੇ ਸ਼ਾਸਤਰਾਂ ਦਾ, ਉਪਨਿਸ਼ਦਾਂ ਦਾ ਪ੍ਰਕਾਸ਼ ਹੋਇਆ ਕਰਦਾ ਸੀ ਜੀ। ਜਦੋਂ ਕੋਈ ਮਨੁੱਖ ਆਪਣੇ ਸ਼ੰਕੇ ਲੈ ਕੇ ਉਸ ਵੇਲੇ ਦੇ ਪੜ੍ਹੇ ਲਿਖੇ ਪੰਡਤਾਂ ਕੋ, ਪੰਡਤ ਦਾ ਅਰਥ ਹੀ ਹੁੰਦਾ ਹੈ ਵਿਦਵਾਨ ਜੀ, ਵਿਦਵਾਨਾਂ ਕੋਲ ਜਾਂਦਾ ਸੀ, ਉਹ ਵਿਦਵਾਨ ਜੇ ਕੋਈ ਸਮਾਧਾਨ ਨਾ ਲੱਭਣਾ, ਪਹਿਲੀ ਗੱਲ ਉਹ ਵੇਦਾਂ ਦੇ ਗਿਆਤਾ ਹੁੰਦੇ ਸੀ, ਜੇ ਨਾ ਲੱਭਣਾ ਉਹਨਾਂ ਵੇਦਾਂ ਦਾ ਪਾਠ ਸੁਣਾ ਕੇ ਉਹਨਾਂ ਨੂੰ ਸਮਾਧਾਨ ਕਰਕੇ ਤੋਰਨਾ। ਨਿਵਰਤੀ ਜਾਂ ਕਿਹਾ ਉਹਨਾਂ ਪੁਜਾਰੀਆਂ ਵਿੱਚੋਂ ਇੱਕ ਨਾਰਦ ਆਉਂਦਾ ਹੈ, ਜਿਹਦਾ ਜ਼ਿਕਰ ਹਿੰਦੂ ਧਰਮ ਵਿੱਚ ਜਾਂ ਸਨਾਤਨ ਧਰਮ ਵਿੱਚ ਆਉਂਦਾ ਹੈ। ਉਹ ਨਾਰਦ ਜਿਹੜਾ ਸੀ ਉਹਨੇ ਵੇਖਿਆ ਵੀ ਪਹਿਲਾਂ ਆਪ ਵੇਦ ਪੜ੍ਹਨੇ ਪੈਂਦੇ ਐ, ਆਪ ਸ਼ਾਸਤਰ ਪੜ੍ਹਨੇ ਪੈਂਦੇ ਐ, ਫਿਰ ਲੋਕਾਂ ਨੂੰ ਇਹਦਾ ਗਿਆਨ ਦੇਣਾ ਪੈਂਦਾ ਹੈ ਤੇ ਪ੍ਰੋਸੈਸ ਲੰਮਾ ਹੈ, ਸਿਰ ਖਪਾਈ ਜ਼ਿਆਦਾ ਹੈ ਤੇ ਬਜਟ ਘੱਟ ਹੈ। ਉਹਨੇ ਐਲਾਨ ਕਰ ਦਿੱਤਾ ਵੀ ਮੈਂ ਭਗਵਾਨ ਨੂੰ ਵੇਖਿਆ। ਉਹ ਸਾਰੇ ਜਿਹੜੇ ਸੀ ਇਕੱਠੇ ਹੋ ਕੇ ਆ ਗਏ, ਕਹਿੰਦੇ ਜੇ ਭਗਵਾਨ ਨੂੰ ਵੇਖਿਆ ਦੱਸ ਭਗਵਾਨ ਕਿੱਦਾਂ ਦਾ ਹੈ ਜੀ। ਉਸ ਵੇਲੇ ਨਾ ਤੇ ਸਕੈਚ ਪੈਨ ਹੁੰਦੇ ਸੀ, ਨਾ ਪੇਂਟਿੰਗਾਂ ਹੁੰਦੀਆਂ ਸੀ। ਉਸ ਵੇਲੇ ਕੋਈ ਚਿੱਤਰ ਵਾਹੁਣ ਵਾਸਤੇ ਕੋਈ ਇਹੋ ਜਿਹੀ ਅਜੇ ਚੀਜ਼ ਹੋਂਦ ਵਿੱਚ ਨਹੀਂ ਸੀ ਆਈ, ਕਲਰ ਵਗੈਰਾ। ਉਸ ਵੇਲੇ ਪੱਥਰ ਦੇ ਉੱਤੇ ਨਿਕਾਸੀ ਕੀਤੀ ਜਾਂਦੀ ਸੀ ਜੀ। ਉਹ ਨਾਰਦ ਨੇ ਕਿਹਾ ਪੱਥਰ ਲਿਆਓ, ਵੱਡਾ ਸਾਰਾ ਪੱਥਰ ਲਿਆਂਦਾ ਗਿਆ। ਕਹਿੰਦਾ ਇੱਕ ਹੁਣ ਕਾਰੀਗਰ ਲਿਆਓ ਜੀ। ਕਾਰੀਗਰ ਲਿਆਂਦਾ ਗਿਆ। ਉਹ ਕਾਰੀਗਰ ਨੂੰ ਨਾਰਦ ਕਹਿੰਦਾ ਪੱਥਰ ਨੂੰ ਤਰਾਸ਼ ਜੀ। ਉਹ ਪੱਥਰ ਨੂੰ ਤਰਾਸ਼ਦਾ ਹੈ। ਜਦੋਂ ਉਹਦੇ 2-3 ਮੂੰਹ, 5-6 ਬਾਹਾਂ, 3-4 ਲੱਤਾਂ ਬਣ ਜਾਂਦੀਆਂ, ਉਦੋਂ ਕਹਿੰਦਾ ਭਗਵਾਨ ਇਦਾਂ ਦਾ ਜੀ। ਜੇ ਤੇ ਫਰਜ਼ ਕਰੋ ਮਨੁੱਖ ਵਰਗੀ ਮੂਰਤ ਬਣਾ ਦਿੰਦੇ ਫਿਰ ਤੇ ਕਿਸੇ ਨੇ ਵਿਸ਼ਵਾਸ ਨਹੀਂ ਸੀ ਕਰਨਾ। ਉਹ 5-6 ਬਾਹਾਂ, 4-5 ਲੱਤਾਂ ਵੇਖ ਕੇ ਜਿਹੜਾ ਕੋਈ ਅਨਪੜ੍ਹ ਬੰਦਾ ਹੈ, ਜਿਹਨੂੰ ਨਹੀਂ ਗਿਆਨ, ਉਹਨੇ ਮੰਨ ਹੀ ਜਾਣਾ ਸੀ ਵੀ ਠੀਕ ਹੈ ਇਦਾਂ ਦਾ ਹੀ ਹੋਣਾ ਹੈ, ਜਿਹੜਾ ਮਨੁੱਖਾਂ ਨਾਲੋਂ ਵੱਖਰਾ ਹੈ ਉਹ ਭਗਵਾਨ ਹੀ ਹੋਣਾ ਹੈ ਜੀ। ਉਸ ਵੇਲੇ ਜਿਹੜੇ ਪੜ੍ਹੇ ਲਿਖੇ ਬੰਦੇ ਸੀ, ਜਿਹੜੇ ਵੇਦਾਂ ਦਾ ਗਿਆਨ ਰੱਖਦੇ ਸੀ, ਉਹਨਾਂ ਵੇਖਿਆ ਵੀ ਇਹ ਮੂਰਤੀ ਵਾਲਾ ਕੰਮ ਤੇ ਬੜਾ ਸੁਖਾਲਾ ਹੈ, ਨਾ ਕੋਈ ਸਵਾਲ ਕਰੇ ਤੇ ਨਾ ਜਵਾਬ ਦੇਣ ਦੀ ਲੋੜ ਪੈਂਦੀ ਹੈ, ਨਾ ਗ੍ਰੰਥਾਂ ਨਾਲ ਮੱਥਾ ਮਾਰਨ ਦੀ ਲੋੜ ਹੈ ਹੋਵੇ, ਨਾ ਤੇ ਵੇਦ ਸ਼ਾਸਤਰ ਮੰਦਰ ਚੋਂ ਲਾਂਭੇ ਕਰਕੇ ਇੱਥੇ ਮੂਰਤੀ ਸਥਾਪਿਤ ਕਰ ਦਿੱਤੀ ਜਾਵੇ। ਉਹਨਾਂ ਉੱਥੇ ਮੂਰਤੀ ਲਿਆ ਕੇ ਗੱਡ ਦਿੱਤੀ ਮੰਦਰਾਂ ਦੇ ਵਿੱਚ, ਅੱਗੇ ਲਾ ਦਿੱਤੀ ਗੋਲਕ, ਜਿਹੜਾ ਆਵੇ ਮੱਥਾ ਟੇਕ ਕੇ ਚੱਲਦਾ ਬਣੇ, ਨਾ ਕੋਈ ਸਵਾਲ ਕਰੇ ਤੇ ਨਾ ਮੂਰਤੀ ਉਹਦਾ ਜਵਾਬ ਦੇਵੇ, ਨਾ ਕਿਸੇ ਨੂੰ ਪੜ੍ਹਨ ਦੀ ਲੋੜ, ਨਾ ਪੜ੍ਹਾਉਣ ਦੀ ਲੋੜ, ਸਿਰ ਖਪਾਈ ਘੱਟ ਤੇ ਇਨਕਮ ਵੱਧ ਜੀ। ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਹੈ ਹਿੰਦੂ ਮੂਲੋਂ ਭੁੱਲੇ, ਆਪਣੇ ਗਿਆਨ ਦੇ ਸਰੋਤਾਂ ਨਾਲੋਂ ਭੁੱਲ ਗਏ ਜੀ। ਨਿਖੁੱਟੇ ਜਾਹੀ ਘਾਟੇ ਵਿੱਚ ਗਏ, ਨਾਰਦ ਕਹਿਆ ਸੇ ਪੂਜ ਕਰਾਹੀ। ਜੋ ਨਾਰਦ ਨੇ ਕਹਿ ਦਿੱਤਾ ਉਹਦੀ ਪੂਜਾ ਸ਼ੁਰੂ ਕਰ ਦਿੱਤੀ। ਇੱਥੇ ਬਸ ਨਹੀਂ, ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਹੋਰ ਵੀ ਕਈ ਹਵਾਲੇ ਜਿਹੜੇ ਦੇ ਕੇ ਮੂਰਤੀ ਪੂਜਾ ਦਾ ਖੰਡਨ ਕੀਤਾ ਜੀ। ਭਗਤ ਨਾਮਦੇਵ ਜੀ ਨੇ ਕਿਹਾ ਵੀ ਇੱਕ ਪੱਥਰ ਤੁਸੀਂ ਪੈਰਾਂ ਹੇਠ ਰੋਂਦੇ ਹੋ, ਇੱਕ ਦੀ ਮੰਦਰ ਵਿੱਚ ਪੂਜਾ ਕਰ ਰਹੇ ਹੋ, ਜੇ ਉਹ ਪੱਥਰ ਹੈ ਤੇ ਪੈਰਾਂ ਹੇਠ ਵੀ ਪੱਥਰ ਹੈ, ਜੇ ਉਹ ਦੇਵਤਾ ਹੈ ਤੇ ਪੈਰਾਂ ਹੇਠ ਵੀ ਦੇਵਤਾ ਹੈ, ਫਿਰ ਇਹ ਪੱਥਰਾਂ ਵਿੱਚ ਵੀ ਕਿੱਦਾਂ ਫਰਕ ਪੈ ਗਿਆ ਜੀ। ਭਗਤ ਕਬੀਰ ਜੀ ਨੇ ਇੱਥੋਂ ਤੱਕ ਕਿਹਾ ਕਿ ਜਿਹੜੀ ਮੂਰਤੀ ਆਪਣੀ ਰੱਖਿਆ ਸਵੈਮ ਨਹੀਂ ਕਰ ਸਕਦੀ, ਜਿਹੜੀ ਆਪਣੀ ਹੋਂਦ ਨੂੰ ਆਪ ਨਹੀਂ ਪੈਦਾ ਕਰ ਸਕਦੀ, ਆਪਣੇ ਮੂੰਹ ਤੋਂ ਮੱਖੀ ਨਹੀਂ ਉਡਾ ਸਕਦੀ ਜੀ, ਉਹ ਮਨੁੱਖ ਨੂੰ ਕੀ ਦੇਗੀ। ਚਲੋ ਇੱਥੇ ਮੈਂ ਥੋੜਾ ਰੁਕਣਾ ਚਾਹਾਂਗਾ ਵੀ ਵਿਰੋਧ ਕਿਉਂ ਹੋਇਆ ਅਸਲ 'ਚ। ਇਹ ਵਿਰੋਧ ਪਿਆ ਇਹਨਾਂ ਚੀਜ਼ਾਂ ਦੀ, ਕੁਰੀਤੀਆਂ ਦੀ ਕੁੱਖ 'ਚ। ਇੱਕ ਵਾਰ ਇੱਕ ਪੜ੍ਹੀ ਲਿਖੀ ਵਿਆਹੀ ਜਿਹੜੀ ਸੀ ਉਹ ਬੀਬੀ ਸਨਾਤਨ ਮਤ ਦੇ ਪਰਿਵਾਰ ਵਿੱਚ ਆਈ ਜੀ। ਉਹਨੂੰ ਕਹਿਣ ਲੱਗਾ ਸਹੁਰਾ ਪਰਿਵਾਰ ਆ ਤੈਨੂੰ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰਾ ਕੇ ਲਿਆਈਏ ਜੀ। ਉਹਨੂੰ ਦਰਸ਼ਨ ਕਰਾਉਣ ਵਾਸਤੇ ਜਿਹੜਾ ਸੀ ਵੱਖ-ਵੱਖ ਮੂਰਤੀਆਂ ਵਾਲੇ ਮੰਦਰਾਂ ਵਿੱਚ ਖੜਿਆ ਜੀ। ਉਹਨੂੰ ਕਹਿਣ ਲੱਗੇ ਇਹ ਵੀ ਭਗਵਾਨ ਹੈ, ਵੀ ਭਗਵਾਨ ਹੈ। ਉਹ ਕਹਿੰਦੀ ਵੀ ਮੈਂ ਕਿਸੇ ਪੱਥਰ ਦੀ ਮੂਰਤੀ ਨੂੰ ਭਗਵਾਨ ਨਹੀਂ ਮੰਨਦੀ, ਮੈਂ ਮੱਥਾ ਨਹੀਂ ਟੇਕਣਾ। ਉਹ ਮੰਨੇ ਨਾ। ਉਹ ਇੱਕ ਹੋਰ ਜਗ੍ਹਾ ਤੀਰਥ ਸਥਾਨ ਹੈ, ਉੱਥੇ ਲੈ ਗਏ, ਮੈਂ ਕਿਸੇ ਦਾ ਨਾਮ ਨਹੀਂ ਲੈਣਾ। ਉਹ ਜਦੋਂ ਰਸਤੇ ਵਿੱਚ ਜਾ ਰਹੇ ਸੀ, ਸ਼ੇਰ ਦੀ ਮੂਰਤੀ ਬਣੀ ਸੀ। ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਮੈਨੂੰ ਬਚਾਓ ਬਚਾਓ ਬਚਾਓ।
ਉਹਦਾ ਸਹੁਰਾ ਪਰਿਵਾਰ ਆ ਕੇ ਕਹਿਣ ਲੱਗੇ ਧੀਏ ਕੀ ਗੱਲ ਹੋਈ ਹੈ? ਕਹਿੰਦੀ ਸ਼ੇਰ ਹੈ। ਉਹ ਹੱਸਣ ਲੱਗ ਪਏ, ਕਹਿੰਦੇ ਸ਼ੇਰ ਪੱਥਰ ਦਾ ਹੈ, ਇਹਦਾ ਕੋਈ ਨੁਕਸਾਨ ਨਹੀਂ ਹੈ। ਤੇ ਉਹ ਲੜਕੀ ਥੋੜਾ ਜਿਹਾ ਮੁਸਕਰਾਈ ਤੇ ਅੱਗੇ ਨੂੰ ਤੁਰ ਪਈ ਜੀ। ਅੱਗੇ ਜਾ ਕੇ ਦੇਖਿਆ ਤੇ ਉਹ ਪੱਥਰ ਦੀ ਗਊ ਬਣਾਈ ਸੀ। ਉਹ ਪੱਥਰ ਦੀ ਗਊ ਨੂੰ ਥਾਪੜੀ ਮਾਰ ਕੇ ਤੇ ਥੱਲੇ ਬੈਠ ਗਈ, ਉਹਦੇ ਥਣਾ ਨੂੰ ਹੱਥ ਵਿੱਚ ਫੜ ਲਿਆ, ਕਹਿੰਦੀ ਭਾਂਡਾ ਫੜਾਓ ਦੁੱਧ ਚੋਈਏ। ਉਹ ਸਹੁਰਾ ਪਰਿਵਾਰ ਕਹਿਣ ਲੱਗੇ ਧੀਏ ਕੀ ਗੱਲ ਹੋ ਗਈ, ਤੂੰ ਠੀਕ ਤੇ ਹੈਗੀ ਐ, ਪੱਥਰ ਦੀ ਗਾਂ ਇਹ ਦੁੱਧ ਨਹੀਂ ਦਿੰਦੀ। ਉਹ ਫਿਰ ਅੱਗਿਓਂ ਬੋਲੀ, ਕਹਿਣ ਲੱਗੀ ਜਦੋਂ ਪੱਥਰ ਦਾ ਸ਼ੇਰ ਜਿਹੜਾ ਉਹ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ, ਪੱਥਰ ਦੀ ਗਊ ਕਿਸੇ ਦਾ ਫਾਇਦਾ ਨਹੀਂ ਕਰ ਸਕਦੀ, ਦੁੱਧ ਨਹੀਂ ਦੇ ਸਕਦੀ, ਤੇ ਫਿਰ ਪੱਥਰ ਦਾ ਭਗਵਾਨ ਕਿਸੇ ਦਾ ਫਾਇਦਾ ਤੇ ਨੁਕਸਾਨ ਕਿਵੇਂ ਕਰ ਸਕਦਾ ਹੈ ਜੀ। ਸੋ ਇਸ ਕਰਕੇ ਉਹਨੇ ਵੱਡੀ ਉਦਾਹਰਨ ਦੇ ਕੇ ਉੱਥੇ ਮਨੁੱਖਾਂ ਨੂੰ ਸਮਝਾਉਣ ਦਾ ਯਤਨ ਕੀਤਾ। ਇੱਥੇ ਬਸ ਨਹੀਂ, ਉਸ ਤੋਂ ਬਾਅਦ ਭਗਤ ਕਬੀਰ ਜੀ ਨੇ ਉਹਨਾਂ ਦਾ ਜਦੋਂ ਪ੍ਰਜੋਰ ਵਿਰੋਧ ਕੀਤਾ, ਉਹਨਾਂ ਸਾਰਿਆਂ ਪੰਡਤਾਂ ਨੇ ਏਕਾ ਕਰਕੇ ਸਿਕੰਦਰ ਲੋਧੀ ਕੋਲ ਸ਼ਿਕਾਇਤ ਕੀਤੀ ਜੀ। ਉਦੋਂ ਉਸ ਵੇਲੇ ਉਹ ਬਾਦਸ਼ਾਹ ਕਰਦਾ ਸੀ, ਹਕੂਮਤ ਸੀ ਉਹਦੀ ਲੋਧੀਆਂ ਦੀ। ਸਿਕੰਦਰ ਲੋਧੀ ਨੇ ਭਗਤ ਕਬੀਰ ਜੀ ਨੂੰ ਤਲਬ ਕਰ ਲਿਆ, ਕਿਉਂਕਿ ਇੱਕ ਪਾਸੇ ਗਿਣਤੀ ਜ਼ਿਆਦੀ ਹੈ। ਅੱਜ ਵੀ ਸਾਡਾ ਸਮਾਜ ਜਿੱਧਰ ਬਹੁਤਾਤ ਵੋਟਾਂ ਦੀ ਗਿਣਤੀ ਹੋਵੇ ਉਧਰ ਨੂੰ ਝੁਕਾ ਰੱਖਦਾ, ਆਟੋਮੈਟਿਕਲੀ ਝੁਕਦਾ ਜੀ। ਮਾਫ ਕਰਨਾ, ਕਈ ਵਾਰੀ ਅਦਾਲਤਾਂ ਵੀ ਫੈਸਲਾ ਉਧਰ ਨੂੰ ਸੁਣਾਉਂਦੀਆਂ ਜਿੱਧਰ ਨੂੰ ਬਹੁ ਪੱਖੀ ਲੋਕ ਹੋਣ। ਸੱਚ ਵਾਲਾ ਪੱਖ ਵਿਰਲੇ ਥਾਂ ਹੀ ਵਿਚਾਰਿਆ ਜਾਂਦਾ ਹੈ ਜੀ। ਇਸ ਕਰਕੇ ਉਸ ਵੇਲੇ ਪੰਡਤ ਇੱਕ ਪਾਸੇ ਹੋ ਗਏ, ਜਿਹੜੇ ਮੁਨੀਆਂ ਨੂੰ ਭਗਤ ਕਬੀਰ ਜੀ ਨੇ ਰੱਦ ਕੀਤਾ ਉਹ ਵੀ ਰਲ ਗਏ, ਬ੍ਰਹਮਚਾਰੀ ਵੀ ਰਲ ਗਏ। ਉਹ ਸਾਰਿਆਂ ਜਾਣਿਆਂ ਨੇ ਏਕਾ ਕਰਕੇ ਭਗਤ ਕਬੀਰ ਦਾ ਵਿਰੋਧ ਕੀਤਾ। ਇੱਕ ਪਾਸੇ ਭਗਤ ਕਬੀਰ ਦੇ ਵਿਰੋਧ ਵਿੱਚ ਸਾਰੇ ਫਿਰਕਿਆਂ ਦੇ ਲੋਕ ਹੈ ਜੀ, ਇੱਕ ਪਾਸੇ ਇਕੱਲੇ ਹੀ ਭਗਤ ਕਬੀਰ ਜੀ ਹੈ। ਤੇ ਭਗਤ ਕਬੀਰ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ ਜੀ। ਉਹ ਕਹਿੰਦੇ ਜੇ ਮਾਰਗ ਪੰਡਤ ਗਏ ਪਾਸ਼ੇ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੈ ਝੜ ਰਹੇ ਹੋ ਕਬੀਰ। ਕਹਿੰਦੇ ਜਿਹੜੇ ਮਾਰਗ ਪੰਡਤ ਗਏ ਉਹਨਾਂ ਪਿੱਛੇ ਭੀੜ ਹੈ, ਇੱਕ ਔਖੀ ਘਾਟੀ ਹੈ ਰੱਬ ਦੇ ਨਾਂ ਵਾਲੀ, ਇੱਥੇ ਇਕੱਲਾ ਕਬੀਰ ਹੀ ਖਲੋਤਾ ਹੈ। ਉਹਨਾਂ ਸਾਰਿਆਂ ਨੇ ਜਿਹੜਾ ਸੀ ਪਹਿਲਾ ਸਵਾਲ ਇਹੋ ਹੀ ਭਗਤ ਕਬੀਰ ਜੀ ਨੂੰ ਕੀਤਾ ਵੀ ਤੂੰ ਭਗਵਾਨ ਨੂੰ ਕਿਉਂ ਨਹੀਂ ਮੰਨਦਾ ਜੀ। ਭਗਤ ਕਬੀਰ ਜੀ ਨੇ ਜਵਾਬ ਦਿੱਤਾ ਵੀ ਮੈਂ ਉਸ ਭਗਵਾਨ ਨੂੰ ਮੰਨਦਾ ਜਿਹਨੇ ਇਨਸਾਨ ਬਣਾਏ ਆ, ਜਿਹੜਾ ਇਨਸਾਨਾਂ ਨੇ ਬਣਾਇਆ ਉਹਨੂੰ ਮੈਂ ਭਗਵਾਨ ਕਿਵੇਂ ਮੰਨ ਲਵਾਂ। ਇੱਕ ਪੱਖ ਲਓ ਨਾ, ਜਾਂ ਤੇ ਇਹ ਕਹੋ ਵੀ ਭਗਵਾਨ ਨੇ ਇਨਸਾਨ ਬਣਾਏ ਆ, ਤੇ ਜਾਂ ਫਿਰ ਇਹ ਮੰਨ ਲਓ ਵੀ ਇਨਸਾਨਾਂ ਨੇ ਭਗਵਾਨ ਬਣਾਇਆ। ਹੁਣ ਤੁਸੀਂ ਕਿਹੜੇ ਭਗਵਾਨ ਨੂੰ ਮੰਨਦੇ ਹੋ? ਉਹਨਾਂ ਨੂੰ ਜਵਾਬ ਕੋਈ ਨਾ ਆਇਆ। ਫਿਰ ਭਗਤ ਕਬੀਰ ਜੀ ਕਹਿੰਦੇ ਇੱਕ ਮੇਰਾ ਸਵਾਲ ਹੈ। ਕਹਿੰਦੇ ਤੁਸੀਂ ਸਾਰੇ ਵਿਦਵਾਨ ਹੋ, ਮੈਂ ਸਤਿਕਾਰ ਕਰਦਾ, ਮੈਨੂੰ ਇਹ ਦੱਸੋ ਵੀ ਇਹ ਮੂਰਤੀ ਜਦੋਂ ਹੋਂਦ ਵਿੱਚ ਨਹੀਂ ਸੀ ਆਈ ਇਹ ਕੀ ਸੀ ਜੀ? ਉਹ ਕਹਿੰਦੇ ਪੱਥਰ। ਕਹਿੰਦੇ ਫਿਰ ਇਹ ਪੱਥਰ ਨੂੰ ਕਿਸੇ ਕਾਰੀਗਰ ਨੇ ਤਰਾਸ਼ਿਆ ਹੋਏਗਾ ਫਿਰ ਹੀ ਮੂਰਤੀ ਬਣੀ ਹੈ। ਉਹ ਸਾਰੇ ਕਹਿਣ ਲੱਗੇ ਠੀਕ, ਹਾਂਜੀ ਜੀ। ਕਹਿੰਦੇ ਫਿਰ ਜਿਹੜਾ ਕਾਰੀਗਰ ਇਹਨੂੰ ਤਰਾਸ਼ਣ ਵਾਸਤੇ ਆਇਆ, ਪਹਿਲਾਂ ਉਹਨੇ ਇਸ ਪੱਥਰ ਦੀ ਛਾਤੀ ਤੇ ਆਪਣਾ ਕਦਮ ਰੱਖਿਆ ਹੋਏਗਾ। ਕਹਿੰਦੇ ਹਾਂ। ਕਹਿੰਦੇ ਫਿਰ ਇਹਦੀਆਂ ਅੱਖਾਂ ਨੂੰ ਬਣਾਉਣ ਲੱਗਿਆਂ ਇਹਦੀਆਂ ਅੱਖਾਂ ਵਿੱਚ ਛੈਣੀਆਂ ਹਥੌੜੇ ਆਪਣੇ ਔਜ਼ਾਰ ਮਾਰੇ ਹੋਣਗੇ। ਕਹਿੰਦੇ ਹਾਂ। ਇਹਦੇ ਮੂੰਹ ਵਿੱਚ ਛੈਣੀਆਂ ਹਥੌੜੇ ਔਜ਼ਾਰ ਮਾਰੇ ਹੋਣਗੇ। ਕਹਿੰਦੇ ਬਿਲਕੁਲ। ਕਹਿੰਦੇ ਪਰ ਸਭ ਤੋਂ ਵੱਡਾ ਨਰਾਦਰ ਤੇ ਇਹਦਾ ਉਸ ਕਾਰੀਗਰ ਨੇ ਕੀਤਾ ਜਿਹਨੇ ਇਹ ਭਗਵਾਨ ਦੀ ਮੂਰਤੀ ਬਣਾਈ ਹੈ। ਪਾਖਾਨ ਗੱਡ ਕੇ ਮੂਰਤ ਕੀਨੀ ਦੇਖਿਆ ਛਾਤੀ ਪਾਉ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ ਜੀ। ਕਹਿੰਦੇ ਜੇ ਵਾਕਿਆ ਮੂਰਤ ਸੱਚੀ ਹੈ ਤੇ ਉਹਨੂੰ ਖਾਵੇ ਜਿਹਨੇ ਇਹ ਬਣਾਈ ਹੈ। ਉਹਨਾਂ ਨੂੰ ਫਿਰ ਜਵਾਬ ਕੋਈ ਨਾ ਆਇਆ ਜੀ। ਭਾਵ ਕਿ ਭਗਤ ਕਬੀਰ ਜੀ ਨੇ ਉਸ ਵੇਲੇ ਜਦੋਂ ਮੂਰਤੀ ਦਾ ਖਨਨ ਕੀਤਾ ਉੱਥੇ ਨਾਂਗੇ ਬੈਠੇ ਸੀ। ਉਹ ਨਾਂਗੇ ਕਹਿਣ ਲੱਗੇ ਚਲੋ ਅਸੀਂ ਤੇ ਐਵੇਂ ਇਹਨਾਂ ਨਾਲ ਆ ਗਏ ਪੁਜਾਰੀਆਂ ਨਾਲ, ਮੂਰਤੀ ਦੇ ਹੱਕ ਵਿੱਚ ਅਸੀਂ ਵੀ ਨਹੀਂ ਹੈਗੇ, ਪਰ ਅਸੀਂ ਵੇਖੋ ਠੰਡ ਆਵੇ ਅਸੀਂ ਤਨ ਤੇ ਕੱਪੜਾ ਨਹੀਂ ਪਾਉਂਦੇ, ਗਰਮੀ ਆਵੇ ਤਾਂ ਵੀ ਨਹੀਂ ਪਾਉਂਦੇ ਜੀ। ਇਹ ਸਾਰੇ ਗਲਤ, ਅਸੀਂ ਤੇ ਸੱਚੇ ਆ ਨਾ। ਭਗਤ ਕਬੀਰ ਜੀ ਕਹਿੰਦੇ ਨਗਰ ਫਿਰਤ ਜਾਓ ਪਾਈ ਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਕਹਿੰਦੇ ਜੇ ਨੰਗੇ ਰਿਆਂ ਰੱਬ ਮਿਲਦਾ ਹੁੰਦਾ ਤੇ ਜੰਗਲ ਦੇ ਸਾਰੇ ਜਾਨਵਰ ਨੰਗੇ ਘੁੰਮਦੇ, ਉਹਨਾਂ ਨੇ ਕਦੇ ਦੇ ਮੁਕਤ ਹੋ ਜਾਣਾ ਸੀ ਜੀ। ਉਸ ਤੋਂ ਬਾਅਦ ਅਗਲੇ ਸੀ ਮੁਨੀ। ਮੁਨੀ ਕਹਿੰਦੇ ਇਹ ਪੁਜਾਰੀ ਵੀ ਗਲਤ ਹੈ, ਇਹ ਜਿਹੜੇ ਨਾਂਗੇ ਇਹ ਵੀ ਗਲਤ ਹੈ। ਸਾਡੇ ਵੱਲ ਵੇਖੋ ਅਸੀਂ ਰੱਬੀ ਰਸਤੇ ਵਿੱਚ ਚੱਲਦੇ, ਆਪਣਾ ਸਿਰ ਮੁੰਡਵਾ ਲਿਆ ਹੈ, ਤੁਸੀਂ ਇਹਨਾਂ ਨੂੰ ਤੇ ਗਲਤ ਨਾ ਕਹੋ, ਇਹ ਤੇ ਸਹੀ ਹੈ।
ਭਗਤ ਕਬੀਰ ਜੀ ਕਹਿੰਦੇ ਮੂੰਡ ਮੰਡਾਏ ਜੋਗਤ ਪਾਈ ਮੁਕਤੀ ਭੇਡ ਨਾ ਗਈਆ ਕਾਈ। ਜੇ ਸਿਰ ਮੁੰਡਵਾਇਆ ਰੱਬ ਮਿਲਦਾ ਹੁੰਦਾ, ਭੇਡਾਂ ਕਦੋਂ ਦੀਆਂ ਮੁੰਡੀਆਂ ਜਾ ਰਹੀਆਂ, ਉਹਨਾਂ ਨੂੰ ਰੱਬ ਮਿਲ ਜਾਣਾ ਸੀ ਜੀ। ਫਿਰ ਉਹ ਤੁਹਾਡੇ ਨਾਲੋਂ ਵੱਡੀਆਂ ਭਗਤ ਹੈ। ਉਸ ਤੋਂ ਬਾਅਦ ਬ੍ਰਹਮਚਾਰੀ ਉੱਠੇ, ਉਹ ਕਹਿਣ ਲੱਗੇ ਇਹ ਨਾਂਗੇ ਵੀ ਝੂਠੇ, ਮੂਰਤੀ ਵੀ ਝੂਠੀ, ਮੁਨੀ ਵੀ ਝੂਠੇ, ਅਸੀਂ ਸੱਚੇ ਐ, ਸਾਨੂੰ ਤੇ ਤੁਸੀਂ ਨਾ ਚਠਲਾਓ। ਅਸੀਂ ਵੇਖੋ ਰੱਬੀ ਰਸਤੇ ਵਿੱਚ ਚੱਲਦਿਆਂ ਹੋਇਆਂ ਵਿਆਹ ਹੀ ਨਹੀਂ ਕਰਾਇਆ, ਔਰਤ ਦਾ ਸੁੱਖ ਹੀ ਨਹੀਂ ਮਾਣਿਆ, ਔਰਤ ਦਾ ਸੰਗ ਹੀ ਨਹੀਂ ਕੀਤਾ, ਸਾਡੇ ਨਾਲੋਂ ਵੱਡਾ ਧਰਮੀ ਹੋਰ ਕਿਹੜਾ ਹੋ ਸਕਦਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਬਿੰਦ ਰੱਖ ਜੋ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਹਿੰਦੇ ਜੇ ਵਿਆਹ ਨਾ ਕਰਾਇਆ ਰੱਬ ਮਿਲਦਾ ਹੁੰਦਾ, ਇਸਤਰੀ ਦਾ ਸੰਗ ਨਾ ਕੀਤਿਆਂ ਰੱਬ ਮਿਲਦਾ ਹੁੰਦਾ, ਖੁਸਰਿਆਂ ਨੂੰ ਕਦੇ ਦਾ ਮਿਲ ਜਾਣਾ ਸੀ। ਹੀਜੜੇ ਕਦੇ ਵਿਆਹ ਨਹੀਂ ਕਰਾਉਂਦੇ। ਉਹ ਕਹਿੰਦੇ ਕਹੋ ਕਬੀਰ ਸੁਣੋ ਨਰ ਭਾਈ, ਰਾਮ ਨਾਮ ਬਿਨ ਕਿਨਗਤ ਪਾਈ। ਇਹ ਬਾਕੀ ਸਾਰੇ ਰੱਬ ਦੇ ਨਾਮ ਤੋਂ ਇਲਾਵਾ ਪਖੰਡ ਹੈ ਜਿੰਨੇ ਮਨੁੱਖ ਰਚ ਰਹੇ। ਫਿਰ ਉਸ ਵੇਲੇ ਕਿੱਡਾ ਵੱਡਾ ਗਰੋਹ ਬਣ ਗਿਆ ਬ੍ਰਹਮਚਾਰੀਆਂ ਦਾ, ਮੁਨੀਆਂ ਦਾ, ਰਿਸ਼ੀਆਂ ਦਾ, ਲੰਮੀਆਂ ਜਟਾਵਾਂ ਵਾਲਿਆਂ ਦਾ। ਉਹ ਸਾਰੇ ਜਿਹੜੇ ਸੀ ਉਹ ਗੁਰੂ ਸਾਹਿਬਾਨਾਂ ਦੇ ਵਿਰੋਧੀ ਚੱਲਦੇ ਆਏ ਜੀ। ਕਿਉਂਕਿ ਜਦੋਂ ਭਗਤ ਕਬੀਰ ਨੂੰ ਕਿਸੇ ਨੇ ਆਪਣੀ ਬਾਣੀ ਵਿੱਚ ਜਗ੍ਹਾ ਦੇ ਦਿੱਤੀ, ਫਿਰ ਕਬੀਰ ਦੇ ਵਿਰੋਧੀ, ਉਹ ਗੁਰੂ ਅਰਜਨ ਸਾਹਿਬ ਦੇ ਵਿਰੋਧੀ ਵਿਚਾਰਧਾਰਾ ਇੱਕ ਸੀ, ਉਹ ਸਾਰੀ ਵਿਚਾਰਧਾਰਾ। ਇਸੇ ਤਰੀਕੇ ਜਦੋਂ ਆਪਾਂ ਕਿਸੇ ਨੂੰ ਸੱਜਣ ਬਣਾ ਲੈਨੇ ਜੀ, ਤੇ ਜਿਹੜੇ ਸੱਜਣ ਦੇ ਦੁਸ਼ਮਣ ਹੈ ਉਹ ਸੁਭਾਵਕ ਸਾਡੇ ਵੀ ਦੁਸ਼ਮਣ ਬਣ ਜਾਂਦੇ। ਸੱਜਣ ਬਣਦੇ ਵੀ ਉੱਥੇ ਜਦੋਂ ਵਿਚਾਰ ਮਿਲਦੇ ਨੇ, ਜਿੱਥੇ ਵਿਚਾਰ ਮਿਲਦੇ ਆ ਜੀ। ਪਰ ਜਿੱਥੇ ਉਹਨਾਂ ਦੇ ਵਿਚਾਰ ਹੈ ਉੱਥੇ ਆਮ ਮਨੁੱਖ ਪਹੁੰਚ ਹੀ ਨਹੀਂ ਸਕਦਾ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਜੀ ਵੀ ਅਸੀਂ ਸਹੀ ਹੈ ਕਿ ਜਾਂ ਕਬੀਰ ਹੁਣੀ ਸਹੀ ਹੈ ਜੀ। ਇੱਥੋਂ ਤੱਕ ਭਗਤ ਕਬੀਰ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ, ਕਹੋ ਕਬੀਰ ਜਨ ਭਇਆ ਉਦਾਸ, ਤੀਰਥ ਵੱਡਾ ਕਿ ਹਰਿ ਕਾ ਦਾਸ ਜੀ। ਵੀ ਤੀਰਥ ਵੱਡਾ ਹੈ ਕਿ ਜਾਂ ਉਸ ਪ੍ਰਮਾਤਮਾ ਦਾ ਦਾਸ ਵੱਡਾ ਹੈ ਜਿਹਦੇ ਵਿੱਚ ਉਹ ਤੀਰਥਾਂ ਦਾ ਮਾਲਕ ਵਸਦਾ ਹੈ। ਸੋ ਇਸ ਤਰੀਕੇ ਨਾਲ ਭਗਤ ਕਬੀਰ ਜੀ ਦੇ ਵੇਲੇ ਤੋਂ ਵਿਰੋਧ ਸ਼ੁਰੂ ਹੋ ਗਿਆ। ਭਗਤ ਰਵਿਦਾਸ ਜੀ ਦਾ ਵਿਰੋਧ ਹੋਇਆ ਜੀ, ਕਿਉਂਕਿ ਉਸ ਵੇਲੇ ਜਿਹੜੇ ਲੋਕ ਜਾਤਾਂ ਪਾਤਾਂ ਵਿੱਚ ਵੰਡੇ ਸੀ, ਜਿਹੜੇ ਕਹਿੰਦੇ ਸੀ ਸ਼ੂਦਰ ਮੰਤਰ ਨਹੀਂ ਪੜ੍ਹ ਸਕਦਾ, ਰੱਬ ਦਾ ਨਾਮ ਨਹੀਂ ਲੈ ਸਕਦਾ, ਤੇ ਝਾਤੀ ਮਾਰ ਕੇ ਵੇਖੀਏ ਉਹ ਬੰਦਾ ਰੱਬ ਦਾ ਗਿਆਨ ਲੋਕਾਈ ਨੂੰ ਦਿੰਦਾ ਹੋਵੇ, ਰੱਬ ਨੂੰ ਮਿਲਣ ਦਾ ਰਾਹ ਖੋਜ ਕੇ ਦੱਸ ਦਵੇ, ਜਿਹੜੀਆਂ ਚੀਜ਼ਾਂ ਪੁਜਾਰੀਆਂ ਨੂੰ ਮੰਦਰਾਂ ਵਿੱਚੋਂ ਨਾ ਲੱਭੀਆਂ ਹੋਣ, ਸਾਧੂਆਂ ਨੂੰ ਜੰਗਲਾਂ ਵਿੱਚੋਂ ਨਾ ਲੱਭੀਆਂ ਹੋਣ, ਜੋਗੀਆਂ ਨੂੰ ਜੋਗ ਰੱਖ ਕੇ ਨਾ ਲੱਭੀਆਂ ਹੋਣ, ਮੁਨੀਆਂ ਨੂੰ ਮੋਹਰ ਰੱਖ ਕੇ ਨਾ ਲੱਭੀਆਂ ਹੋਣ, ਉਹ ਇੱਕ ਜੁੱਤੀਆਂ ਗੰਢਣ ਵਾਲੇ ਨੂੰ ਲੱਭ ਗਈਆਂ ਹੋਣ। ਸੋ ਵਿਰੋਧ ਹੋਣਾ ਸੁਭਾਵਿਕ ਸੀ। ਫਿਰ ਉਹ ਸਾਰਾ ਵੱਡਾ ਫਿਰਕਾ ਜਿਹੜਾ ਸੀ ਉਹ ਰਵਿਦਾਸ ਹੋਣਾ ਦਾ ਵਿਰੋਧ ਕਰਨ ਲੱਗ ਪਿਆ। ਇੱਥੋਂ ਤੱਕ ਜਿਹੜੀਆਂ ਝੁੱਗੀਆਂ ਵਿੱਚ ਰੱਬ ਦਾ ਨਾਮ ਲੈਣਾ ਮਨਾ ਸੀ, ਮੈਂ ਕਹਿੰਦਾ ਭਗਤ ਰਵਿਦਾਸ ਨੇ ਵੱਡੀ ਕ੍ਰਾਂਤੀ ਇਹ ਲਿਆਂਦੀ ਵੀ ਤਖਤਾਂ ਵਾਲਾ ਰੱਬ ਝੁੱਗੀਆਂ ਵਿੱਚ ਲੈ ਕੇ ਆਂਦਾ, ਜਿਹਨੂੰ ਸਿਰਫ ਅਧਿਕਾਰ ਤਖਤਾਂ ਵਾਲੇ ਸਮਝਦੇ ਸੀ, ਸੀਮਤ ਰੱਖਿਆ ਗਿਆ। ਹਾਂਜੀ, ਬਸ ਉਹ ਭਗਤ ਰਵਿਦਾਸ ਜੀ ਨੇ ਇੱਕ ਵੱਡਾ ਕਾਰਜ ਕੀਤਾ ਜਿਹਦੇ ਵਿੱਚੋਂ ਵਿਰੋਧ ਪਨਪਿਆ। ਫਿਰ ਉਸ ਤੋਂ ਬਾਅਦ ਕਿਸੇ ਵੀ ਕਿੰਨੇ ਆਪਾਂ ਜਿੰਨੀਆਂ ਦਲੀਲਾਂ ਦੇ ਲਈਏ ਥੋੜੀਆਂ ਜੀ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਜਿਹੜੇ ਖਰੇ ਨਾ ਉਤਰੇ ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਰੱਦ ਕਰ ਦਿੱਤਾ, ਉਹ ਵੀ ਵਿਰੋਧੀ ਬਣ ਗਏ। ਜਿਹੜੇ ਤੀਰਥ ਸਥਾਨਾਂ ਤੇ ਗੁਰੂ ਪਾਤਸ਼ਾਹ ਜੀ ਗਏ, ਜਿਨ੍ਹਾਂ ਨੇ ਮਹਾਰਾਜ ਦੀ ਸੋਚ ਨੂੰ ਸਵੀਕਾਰ ਕਰ ਲਿਆ ਉਹ ਮਿੱਤਰ ਬਣ ਗਏ, ਜਿਨ੍ਹਾਂ ਨੂੰ ਗੱਲ ਪਚੀ ਨਾ ਜਾਂ ਜਿਨ੍ਹਾਂ ਦੀ ਗੋਲਕ ਨੂੰ ਜਿੰਦਰਾ ਲੱਗਾ ਉਹ ਵਿਰੋਧੀ ਬਣ ਗਏ। ਸੋ ਇਸੇ ਤਰੀਕੇ ਨਾਲ ਉਦੋਂ ਤੋਂ ਨਾਲ ਵਿਰੋਧ ਚੱਲਣ ਲੱਗ ਪਿਆ। ਗੁਰੂ ਅਰਜਨ ਸਾਹਿਬ ਦੇ ਵੇਲੇ ਉਹਨਾਂ ਨੂੰ ਘਰ ਵਿੱਚੋਂ ਵਿਰੋਧ ਕਰਨ ਵਾਲਾ ਬੰਦਾ ਲੱਭ ਗਿਆ, ਹੱਥ ਠੋਕਾ ਲੱਭ ਗਿਆ। ਫਿਰ ਉਸ ਵੇਲੇ ਉਹਨਾਂ ਨੇ ਵਿਰੋਧ ਕੀਤਾ, ਕਰਵਾਇਆ। ਤੇ ਇੱਥੋਂ ਮੈਨੂੰ ਇੱਕ ਯਾਦ ਆਉਂਦਾ ਹੈ, ਤੁਸੀਂ ਜਿਹੜੀ ਘਰ ਦੀ ਗੱਲ ਕੀਤੀ ਹੈ, ਤੇ ਅੱਜ ਵੀ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਉੱਪਰ ਇੱਕ ਆਪਣੀ ਹੀ ਕੱਚੀ ਬਾਣੀ ਦੀ ਜਿਹੜੀ ਰਚਨਾ ਰਚੀ ਗਈ, ਤੇ ਅਸੀਂ ਇਹ ਵੀ ਪੜ੍ਹਦੇ ਹਾਂ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਮੇਂ ਜਦੋਂ ਉਹਨਾਂ ਨੇ ਇਹ ਵੀ ਵੇਖਿਆ ਕਿ ਬਹੁਤ ਸਾਰੀ ਬਾਣੀ ਅਜਿਹੀ ਰਚੀ ਗਈ ਜਿਹੜੀ ਕਿ ਅਸਲ ਨਹੀਂ ਹੈਗੀ, ਜਿਹੜੀ ਕੱਚੀ ਹੈ, ਤੇ ਅਸਲ ਤੇ ਕੱਚੀ ਬਾਣੀ ਦਾ, ਕਿਉਂਕਿ ਆਮ ਗੁਰਸਿੱਖ ਜਾਂ ਆਮ ਜਿਹੜੀ ਜਨ ਸਧਾਰਨ ਸੀ, ਆਮ ਲੋਕਾਈ ਨੂੰ ਉਸ ਤੋਂ ਬਚਾਉਣ ਦੇ ਲਈ ਵੀ ਗੁਰੂ ਪਾਤਸ਼ਾਹ ਜੀ ਨੇ ਇੱਕ ਵੱਡਾ ਜਿਹੜਾ ਉਪਰਾਲਾ ਕੀਤਾ ਸਾਡੇ ਉੱਪਰ, ਗੁਰੂ ਗ੍ਰੰਥ ਸਾਹਿਬ ਦੀ ਰਚਨਾ। ਤੇ ਉਸ ਵੇਲੇ ਦੀ ਜਿਹੜੀ ਕੱਚੀ ਤੇ ਸੱਚੀ ਬਾਣੀ, ਅੱਜ ਦੀ ਜੇਕਰ ਗੱਲ ਕੀਤੀ ਜਾਵੇ, ਅੱਜ ਵੀ ਅਸੀਂ ਕਿਤੇ ਨਾ ਕਿਤੇ ਜਿਹੜਾ ਉਹ ਮਿੱਥਾਂ ਚੱਲਦੀਆਂ ਆ ਰਹੀਆਂ ਨੇ। ਉਸ ਤਰ੍ਹਾਂ ਜਦੋਂ ਆਪ ਜੀ ਨੇ ਇੱਕ ਵਾਰ ਦੱਸਿਆ ਸੀ, ਜਦੋਂ ਅਸੀਂ ਘਰ ਦੇ ਵਿਆਹਾਂ ਦੇ ਵਿੱਚ ਕਾਰਡ ਛਪਵਾਉਂਦੇ ਹਾਂ ਤਾਂ ਉਹਦੇ ਉੱਪਰ ਜਿਹੜੀ ਬਾਣੀ ਉਹ ਵੀ ਕੱਚੀ ਲਿਖੀ ਜਾਂਦੀ ਹੈ। ਬਹੁਤ ਥਾਵਾਂ ਦੇ ਉੱਪਰ ਅੱਜ ਵੀ ਜਾਣੇ ਅਣਜਾਣੇ ਦੇ ਵਿੱਚੋਂ ਪ੍ਰਚਲਿਤ ਹੋ ਚੁੱਕੀਆਂ ਨੇ ਚੀਜ਼ਾਂ। ਬਿਲਕੁਲ ਜੀ। ਆ ਗੁਰੂ ਨਾਨਕ ਸਾਹਿਬ ਦੀ ਇੱਕ ਫੋਟੋ ਆਉਂਦੀ ਹੈ ਜੀ। ਪਹਿਲੀ ਗੱਲ, ਫੋਟੋ ਪੂਜਣੀ ਮਨਮੱਤ ਹੈ, ਬਲਕਿ ਜਿੱਥੋਂ ਸ਼ੁਰੂਆਤ ਕੀਤੀ ਸੀ ਮੂਰਤੀ ਦੀ ਆਪਾਂ ਨੇ ਗੱਲ ਉੱਥੇ ਫਿਰ, ਕਿਉਂਕਿ ਜਦੋਂ ਮੂਰਤੀ ਦਾ ਖੰਡਨ ਕਰਨ ਦਾ ਮਤਲਬ ਇਹੋ ਹੀ ਸੀ ਵੀ
ਥਾਪਿਆ ਨਾ ਜਾਏ, ਕੀਤਾ ਨਾ ਹੋਏ। ਜਿਹੜੇ ਕਹਿੰਦੇ ਸੀ ਵੀ ਰੱਬ ਨੂੰ ਥਾਪਿਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਅਸੀਂ ਉਹਨਾਂ ਦੀਆਂ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਵਾਰ ਆਨੰਦਪੁਰ ਦੀ ਧਰਤੀ ਤੇ 2 ਧਾਰੇ ਖੰਡੇ ਨਾਲ ਇੱਕ ਆਪਣੀ ਬਣਾਈ ਹੋਈ ਜਾਪਾਨੀ ਕਾਰੀਗਰ ਵੱਲੋਂ ਮੂਰਤੀ ਤੋੜੀ ਸੀ। ਤੋੜ ਕੇ ਹਦਾਇਤ ਕੀਤੀ ਵੀ ਕੋਈ ਜਿਹੜਾ ਗੁਰੂ ਦੀ ਫੋਟੋ ਬਣਾਉਣ ਦੀ ਜਾਂ ਦੂਸਰਾ ਆਪਣਾ ਮੂਰਤੀ ਬਣਾਉਣ ਦੀ ਜ਼ਰੂਰਤ ਨਾ ਕਰੇ, ਉਹ ਸਾਡਾ ਸਿੱਖ ਨਹੀਂ। ਸੋ ਉਸ ਤੋਂ ਬਾਅਦ ਚਲੋ ਅਸੀਂ ਆਪਣੀ ਮਨਮਤ ਨੂੰ ਮੁੱਖ ਰੱਖ ਲਿਆ। ਜਿਵੇਂ ਅਸੀਂ ਪਤਾ ਕੀ ਕਰਦੇ ਹਾਂ, ਅਸੀਂ ਰੱਬ ਅਨੁਸਾਰ ਨਹੀਂ ਢਲਦੇ, ਗੁਰੂ ਅਨੁਸਾਰ ਨਹੀਂ ਢਲਦੇ, ਅਸੀਂ ਗੁਰੂ ਤੇ ਰੱਬ ਨੂੰ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਵੇਂ ਧਰਮ ਮੈਨੂੰ ਸਮਝ ਆਉਂਦਾ ਮੈਂ ਉਵੇਂ ਉਹਨੂੰ ਮੰਨਣਾ ਹੈ ਜੀ। ਇਹ ਨਹੀਂ ਗੱਲ ਹੈ ਧਰਮ ਦੇ ਹਾਣ ਦਾ ਹੋਣਾ ਹੈ, ਉਹਦੇ ਪੱਧਰ ਦਾ ਹੋਣਾ ਹੈ, ਧਰਮ ਨੂੰ ਆਪਣੇ ਪੱਧਰ ਦਾ ਨਹੀਂ ਕਰਨਾ। ਤੇ ਇੱਥੇ ਇੱਕ ਸਵਾਲ ਉਹ ਵੀ ਲੈਣਾ ਚਾਹਾਂਗਾ ਕਿ ਅਕਬਰ ਨੂੰ ਵੀ ਜਿਹੜੀ ਦਲੀਲਾਂ ਦੇ ਸਹਿਤ ਜਿਹੜੀ ਸੰਤੁਸ਼ਟੀ ਕਰਵਾਈ ਗਈ ਸੀ, ਉਹ ਜਿਹੜੀ ਵਾਕਿਆ ਸੀ, ਉਹ ਜਿਹੜੀ ਇਤਿਹਾਸ ਦੇ ਵਿੱਚ ਘਟਨਾ ਆਉਂਦੀ ਹੈ ਕਿ ਉਸ ਨੂੰ ਵੀ ਜਿਹੜਾ ਮੰਨਣਾ ਪਿਆ ਕਿ ਵਾਕਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਜਿਹਾ ਕੁਝ ਨਹੀਂ ਹੈਗਾ, ਜਿਹੜੀ ਵਿਰੋਧੀਆਂ ਨੇ ਉਹਦੇ ਕੰਨ ਭਰੇ ਸਨ। ਵੇਖੋ ਉਹਨਾਂ ਨੇ ਕਿਹਾ ਸੀ ਵੀ ਇੱਥੇ ਗੁਰਬਾਣੀ ਵਿੱਚ ਮੁਸਲਮਾਨਾਂ ਦੇ ਵਿਰੋਧ ਵਿੱਚ ਸ਼ਬਦ ਲਿਖੇ ਹੈ ਜੀ। ਤੇ ਉਸ ਵੇਲੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਨਿਵਰਤੀ ਵੀ ਕੀਤੀ ਸੀ। ਅਕਬਰ ਦੀ ਨਿਵਰਤੀ ਹੋਈ, ਉਹਨਾਂ ਨੇ ਮੁੱਖ ਵਾਕ ਲਿਆ ਤੇ ਮੁੱਖ ਵਾਕ ਆਇਆ ਵੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਹ ਨਿਹਾਲ ਹੋ ਗਿਆ, ਕਹਿੰਦਾ ਇਹ ਤੇ ਕੋਈ ਇੱਕ ਵਰਗ ਦੀ ਗੱਲ ਨਹੀਂ, ਇਹ ਤੇ ਸਾਰੀ ਲੁਕਾਈ ਦੀ ਗੱਲ ਹੈ ਜੀ। ਅਗਲਾ ਸ਼ਬਦ ਪੜਿਆ ਆਇਆ ਖਾਕ ਨੂਰ ਕਰਦੰ ਆਲਮ ਦੁਨੀਆਏ, ਰੱਬ ਨੇ ਆਪਣੇ ਨੂਰ ਦੇ ਨਾਲ ਸਾਰਾ ਜਹਾਨ ਬਣਾਇਆ ਜੀ। ਸੋ ਇਸ ਤਰੀਕੇ ਨਾਲ ਉਸ ਵੇਲੇ ਉਹਦੀ ਵਿਆਖਿਆ ਸੁਣ ਕੇ ਅਕਬਰ ਬੜਾ ਪ੍ਰਭਾਵਿਤ ਹੋਇਆ। ਮੇਨ ਗੱਲ ਜਿਹੜੀ ਆਪਾਂ ਕਰ ਰਹੇ ਵੀ ਜਿਹੜਾ ਦਿਵਸ ਅੱਜ ਦੇ ਦਿਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਰਾਈ ਉਹ ਦਿਨ ਹੈ ਜੀ। ਉਹਦੇ ਵਿੱਚ ਵੀ ਵੇਖਿਆ ਜਾਏ ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨਾ ਦਾ ਕਾਰਜ ਮੁਕੰਮਲ ਕਰ ਲਿਆ ਸੀ, ਉਸ ਤੋਂ ਬਾਅਦ ਸਿੱਖ ਜਿਹੜੇ ਸੀ ਗੁਰੂ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਵੀਕਾਰ ਲਿਆ ਜੀ। ਪਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਜੀ। ਭਾਵੇਂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਦਿੱਤੀ ਸੀ, ਪਰ ਗੁਰੂ ਦਾ ਦਰਜਾ ਨਹੀਂ ਸੀ ਦਿੱਤਾ ਜੀ। ਅਹਿਮ ਕਾਰਜ ਜਿਹੜਾ ਅੱਜ ਦੇ ਦਿਨ ਹੋਇਆ ਉਹ ਇਹ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਕੋਲੋਂ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਮੁਕੰਮਲ ਤੌਰ ਤੇ ਕਰਵਾਈ, ਕਿਉਂਕਿ ਉਹਦੇ ਪਿੱਛੇ ਵੀ ਇੱਕ ਰਾਜ ਹੈ। ਸਰੂਪ ਦੀ ਜਿਹੜੀ ਗੱਲ ਸੀ ਉਹ ਵੀ ਸਾਂਝੀ ਕੀਤੀ। ਹਾਂਜੀ ਹਾਂਜੀ, ਉਹ ਸਰੂਪ ਅੱਜ ਵੀ ਕਰਤਾਰਪੁਰ ਪਿਆ, ਉਹਦੇ ਸਰੂਪ ਦਾ ਕੁਝ ਪਤਾ? ਹਾਂਜੀ ਹਾਂਜੀ, ਉਹ ਕਰਤਾਰਪੁਰੀ ਬੀੜ ਦੇ ਨਾਮ ਤੇ, ਭਾਵੇਂ ਉਹ ਕਰਤਾਰਪੁਰੀਆਂ ਦਾ ਦਾਵਾ ਹੈ ਕਿ ਇਹ ਬੀੜ ਸਾਡੇ ਕੋਲ ਉਹੀ ਹੈ, ਪਰ ਇਹਦੇ ਵਿੱਚ ਮਤਭੇਦ ਹੈ। ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਉਹ ਬੀੜ ਇਹਨਾਂ ਦੇ ਹੱਥੋਂ ਜਾਂਦੀ ਰਹੀ ਹੈ, ਪਰ ਬਹੁਤ ਸਾਰੇ ਵਿਦਵਾਨ ਮੰਨਦੇ ਨੇ ਵੀ ਇਹ ਕਰਤਾਰਪੁਰੀ ਬੀੜ ਹੀ ਹੈ ਜਿਹੜੀ ਇਹਨਾਂ ਕੋਲ ਪਈ ਹੈ। ਪਰ ਆਪਾਂ ਝਾਤੀ ਮਾਰ ਕੇ ਵੇਖੀਏ, ਮੁਸ਼ਾ ਇਹ ਹੈ ਵੀ ਭਾਈ ਮਨੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਦੁਆਰਾ 30 ਰਾਗਾਂ ਵਿੱਚ ਪਹਿਲਾਂ ਬਾਣੀ ਦਰਜ ਸੀ, ਉਹਨਾਂ 30 ਦੇ ਵਿੱਚੋਂ 15 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਜੀ। 14 ਰਾਗਾਂ ਵਿੱਚ ਦਰਜ ਕੀਤੀ। ਇੱਕ ਰਾਗ ਜਿਹੜਾ ਜੈਜਾਵੰਤੀ ਰਾਗ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤਾ ਜੀ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 115 ਸ਼ਬਦ 15 ਰਾਗਾਂ ਵਿੱਚ ਅੱਜ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਿਲਦੇ ਹੈ। 57 ਸ਼ਲੋਕ ਜਿਨ੍ਹਾਂ ਨੂੰ ਆਪਾਂ ਸੰਪੂਰਨਤਾ ਦੇ ਸ਼ਲੋਕ ਕਹਿੰਦੇ ਆ, ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਸਮੇਂ ਪਿੱਛੇ ਦਰਜ ਹੈ ਜੀ। ਸੋ ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਵੇਂ ਬਾਣੀ ਤਰਤੀਬ ਵਾਈਜ਼ ਗੁਰੂ ਅਰਜਨ ਸਾਹਿਬ ਨੇ ਦਰਜ ਕਰਵਾਈ ਸੀ, ਉਸੇ ਹੀ ਬਰੀਕੀ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਰਜ ਕਰਵਾਈ ਹੈ। ਨਹੀਂ ਤਾਂ ਤੁਸੀਂ ਹੈਰਾਨ ਹੋਵੋਗੇ, ਇਹ ਕੋਈ ਛੋਟਾ ਕਾਰਜ ਨਹੀਂ ਜੀ। ਗੁਰੂ ਅਰਜਨ ਸਾਹਿਬ ਨੇ ਇੰਨੀ ਬਰੀਕੀ ਵਰਤੀ ਕਿ ਪਹਿਲਾਂ ਉਹਦੇ ਉੱਤੇ ਜਿਵੇਂ ਜਿੰਨੇ ਪਦੇ ਨੇ ਸ਼ਬਦ ਦੇ ਜੀ ਉਹ ਉੱਪਰ ਲਿਖੇ ਨੇ, ਗਿਣਤੀ ਨਾਲ ਦੀ ਨਾਲ ਲਿਖੀ ਹੈ। ਜਿਵੇਂ 8 ਪਦਿਆਂ ਵਾਲੀ ਕੋਈ ਬਾਣੀ ਹੈ ਉਹਦੇ ਉੱਤੇ ਅਸ਼ਟਪਦੀ ਲਿਖਿਆ ਹੈ ਜੀ। ਜੇ ਕੋਈ 2 ਪਦਿਆਂ ਵਾਲੀ ਉੱਤੇ 2 ਪਦੇ ਲਿਖੇ ਹੈ, 4 ਪਦਿਆਂ ਵਾਲੀ ਹੈ ਤੇ 4 ਪਦੇ ਲਿਖੇ ਹੈ ਜੀ। ਫਿਰ ਜਦੋਂ ਇੱਕ ਪਦਾ ਵੀ ਵੱਧ ਘੱਟ ਨਹੀਂ ਕੀਤਾ ਜਾ ਸਕਦਾ, ਗੁਰੂ ਪਾਤਸ਼ਾਹ ਨੇ ਸ਼ਬਦਾਂ ਦੀ ਗਿਣਤੀ ਕਿਹੜੇ ਹਿਸਾਬ ਨਾਲ ਵਧਾਈ ਜੀ। ਕਿਉਂਕਿ ਜਦੋਂ ਵੇਖਿਆ ਜਾਏ, ਜਦੋਂ ਆਪਾਂ ਤਰਤੀਬ ਪੜਾਂਗੇ ਉਹਦੇ ਵਿੱਚ ਪਹਿਲਾਂ ਤੇ ਉੱਤੇ ਪੰਕਤੀਆਂ ਦੀ ਗਿਣਤੀ ਆਉਂਦੀ ਹੈ ਜੀ, ਫਿਰ ਥੱਲੇ ਸ਼ਬਦ ਦੀ ਸੰਪੂਰਨਤਾ ਦੀ ਗਿਣਤੀ ਆਉਂਦੀ ਹੈ,
ਫਿਰ ਅਗਲੇ ਬੰਨੇ ਕੁੱਲ ਸ਼ਬਦਾਂ ਦੀ ਗਿਣਤੀ ਆਉਂਦੀ ਹੈ। ਜੀ। ਫਿਰ ਉਸ ਤੋਂ ਅਗਲੇ ਬੰਨੇ ਪਹਿਲੇ ਗੁਰੂ ਦੇ ਕਿੰਨੇ ਹੈ ਉਹਦੀ ਗਿਣਤੀ, ਦੂਜੇ ਗੁਰੂ ਦੇ ਕਿੰਨੇ ਉਹਦੀ ਗਿਣਤੀ, ਜੀ। ਤੀਜੇ ਗੁਰੂ ਸਾਹਿਬਾਨ ਦੇ ਕਿੰਨੇ ਉਹਦੀ ਗਿਣਤੀ, ਹੂੰ। ਚੌਥੇ ਗੁਰੂ ਸਾਹਿਬਾਨ ਦੇ ਕਿੰਨੇ ਹੈ, ਪੰਜਵੇਂ ਗੁਰੂ ਸਾਹਿਬਾਨ ਦੇ ਕਿੰਨੇ ਹੈ, ਸਾਰਿਆਂ ਦੀ ਗਿਣਤੀ ਲਿਖ ਕੇ ਲਾਸਟ ਦੇ ਵਿੱਚ ਟੋਟਲ ਗਿਣਤੀ ਲਿਖੀ ਹੈ। ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਹੈ। ਜਿਹੜਾ 14 ਮਾਤਰਾ ਵਾਲਾ ਸ਼ਬਦ ਹੈ ਜੀ, ਉਹਨੂੰ 14 ਮਾਤਰਾ ਵਿੱਚ ਹੀ ਲਿਖਿਆ ਜਾ ਸਕਦਾ, ਇੱਕ ਮਾਤਰਾ ਵੀ ਕੋਈ ਵਧਾ ਘਟਾ ਨਹੀਂ ਸਕਦਾ। 13 ਮਾਤਰਾ ਵਾਲਾ 13 ਮਾਤਰਾ ਵਿੱਚ ਹੀ ਲਿਖਿਆ ਜਾ ਸਕਦਾ ਹੈ। ਗੁਰੂ ਪਾਤਸ਼ਾਹ ਨੇ ਸ਼ਬਦ ਦੀਆਂ ਮਾਤਰਾ ਵੀ ਪੂਰੀਆਂ ਕਰਕੇ ਲਿਖਿਆ, ਕੋਈ ਮਾਤਰਾ ਵੱਧ ਘੱਟ ਨਹੀਂ ਤੁਹਾਨੂੰ ਮਿਲੇਗੀ ਜੀ। ਪਰ ਗੁਰੂ ਗੋਬਿੰਦ ਸਿੰਘ ਨੇ ਏਡੀ ਮੈਨੇਜਮੈਂਟ ਭਾਈ ਮਨੀ ਸਿੰਘ ਜੀ ਨਾਲ ਲੈ ਕੇ ਇਹ ਕੰਮ ਕੀਤਾ ਕਿ ਸ਼ਬਦਾਂ ਦੀ ਹਿਲਜੁਲ ਵੀ ਨਹੀਂ ਹੋਈ, ਕੋਈ ਵਾਧ ਘਾਟ ਵੀ ਨਹੀਂ ਹੋਈ ਤੇ ਮਗਰਲੀ ਗਿਣਤੀ ਵੀ ਪੂਰੀ ਦੀ ਪੂਰੀ ਪਰਫੈਕਟ ਅੱਜ ਸਾਨੂੰ ਮਿਲਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 19 ਰਾਗਾਂ ਵਿੱਚ ਦਰਜ ਸੀ, ਉਹ ਉਸੇ ਤਰ੍ਹਾਂ ਹੀ ਬਰਕਰਾਰ ਰੱਖੀ ਹੈ। 974 ਉਹਨਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਵੀ ਉਸੇ ਤਰ੍ਹਾਂ ਹੀ ਮੌਜੂਦ ਹੈ। 22 ਵਾਰਾਂ ਵਿੱਚੋਂ 3 ਵਾਰਾਂ ਗੁਰੂ ਨਾਨਕ ਸਾਹਿਬ ਦੀਆਂ, ਜਿਹਦੇ ਵਿੱਚੋਂ ਮਾਝ ਕੀ ਵਾਰ, ਆਸਾ ਕੀ ਵਾਰ, ਮਲਹਾਰ ਕੀ ਵਾਰ, ਇਹ ਸਾਰੀਆਂ ਬਾਣੀਆਂ ਜਿਹੜੀਆਂ ਜਿਹਦੇ 137 ਪੰਨੇ ਤੇ ਗੁਰੂ ਨਾਨਕ ਸਾਹਿਬ ਦੀ ਮਾਝ ਕੀ ਵਾਰ ਹੈ, 462 ਪੰਨੇ ਤੇ ਆਸਾ ਕੀ ਵਾਰ ਹੈ। ਇਹ ਸਾਰੀਆਂ ਬਾਣੀਆਂ ਜਿਵੇਂ ਜਿਵੇਂ ਤਰਤੀਬ ਵਾਈਜ਼ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕਰਵਾਈਆਂ ਸੀ, ਉਹਨਾਂ ਪੰਨਿਆਂ ਤੇ ਹੀ ਗੁਰੂ ਅਰਜਨ ਸਾਹਿਬ ਨੇ ਤਰਤੀਬ ਵਾਈਜ਼ ਇਹਨਾਂ ਬਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੇਧ ਦਿੱਤੀ। ਤੇ ਇੱਕ ਇਹ ਵੱਡਾ ਕਾਰਜ ਗੁਰੂ ਗੋਬਿੰਦ ਸਿੰਘ ਨੇ ਕਰਕੇ ਜਦੋਂ ਦੇਖਿਆ ਕਿ ਹੁਣ ਸੰਪੂਰਨ ਗੁਰੂ ਹੋ ਚੁੱਕੇ ਹੈ, ਫਿਰ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ 1708 ਵਿੱਚ ਅਕਤੂਬਰ ਮਹੀਨੇ ਵਿੱਚ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਕਹਿ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਛਾ, ਵੱਡੀ ਗੱਲ ਇਹ ਹੈ, ਗ੍ਰੰਥ ਨੂੰ ਗੁਰਿਆਈ ਦੇਣ ਦਾ ਕਾਰਨ ਇਹ ਸੀ ਵੀ ਹੁਣ ਸਰੀਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਖਤਮ ਕਰਨ ਲੱਗੇ ਅੱਜ ਤੋਂ ਬਾਅਦ ਸਿੱਖ ਦੇਹ ਦੀ ਪੂਜਾ ਨਹੀਂ ਕਰੇਗਾ। ਪਰ ਸਮੇਂ ਦੇ ਨਾਲ ਜਦੋਂ ਅੰਗਰੇਜ਼ ਸਰਕਾਰ ਆਈ, ਉਹਨਾਂ ਵੇਖਿਆ ਵੀ ਇਹਨਾਂ ਵਿੱਚ ਖਾਮੀ ਕੋਈ ਨਹੀਂ, ਇਹ ਸ਼ਬਦ ਦੇ ਪੁਜਾਰੀ ਹੈ, ਸਰੀਰਾਂ ਪਿੱਛੇ ਲੱਗਦੇ ਨਹੀਂ, ਹੋਵੇ ਨਾ ਇਹਨਾਂ ਨੂੰ ਸਰੀਰਾਂ ਨਾਲ ਜੋੜਨ ਵਾਸਤੇ ਕੋਈ ਪ੍ਰੇਰਨਾ ਦਿੱਤੀ ਜਾਵੇ। ਉਸ ਵੇਲੇ ਉਹਨਾਂ ਨੇ ਜਿਹੜਾ ਦਿਉਰਾ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੇ ਰਚਿਆ ਗਿਆ ਸੀ ਭਾਈ ਪ੍ਰਹਿਲਾਦ ਦੁਆਰਾ, ਭਾਈ ਪ੍ਰਹਿਲਾਦ ਸਿੰਘ ਨੇ ਇੱਕ ਦਿਉਰਾ ਲਿਖਿਆ ਹੈ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹਿਓ ਖੋਜ ਸ਼ਬਦ ਮੈਂ ਲੇ। ਇਹ ਭਾਈ ਪ੍ਰਹਿਲਾਦ ਜੀ ਦੇ ਰਹਿਤਨਾਮੇ ਦੇ ਸ਼ਬਦ ਹੈ, ਉਹਦੇ ਵਿੱਚ ਉਹਨਾਂ ਲਿਖਿਆ ਹੈ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਪਰ ਅੰਗਰੇਜ਼ਾਂ ਨੇ ਗਿਆਨੀ ਗਿਆਨ ਸਿੰਘ ਕੋਲੋਂ ਉੱਥੇ ਲਿਖਵਾ ਦਿੱਤਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸਿੱਖ ਟਪਲਾ ਖਾ ਗਏ। ਫਿਰ ਉਸ ਤੋਂ ਬਾਅਦ ਭਾਈ ਨੰਦ ਲਾਲ ਜੀ ਦਾ ਜਿਹੜਾ ਬੰਦਗੀਨਾਮਾ ਹੈ, ਉਹਦੇ ਵਿੱਚ ਇਹ ਸ਼ਬਦ ਆਉਂਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਲੇਂਗੇ ਬਚੇ ਸ਼ਰਨ ਜੋ ਹੋਏ। ਵੀ ਜਿਹੜੇ ਗੁਰੂ ਨਾਲੋਂ ਟੁੱਟ ਜਾਣਗੇ ਉਹ ਮਲੇ ਜਾਣਗੇ, ਬਚਣਗੇ ਉਹ ਜਿਹੜੇ ਗੁਰੂ ਦੇ ਸ਼ਰਨ ਵਿੱਚ ਰਹਿਣਗੇ। ਪਰ ਉਹ ਗਿਆਨੀ ਗਿਆਨ ਸਿੰਘ ਨੇ ਉੱਥੇ ਮਿਲਾਂਗੇ ਕਰ ਦਿੱਤਾ ਤੇ ਅੱਜ ਮਿਲਾਂਗੇ ਪ੍ਰਚਲਿਤ ਹੋ ਗਿਆ। ਜੇ ਗੁਰੂ ਨਾਲੋਂ ਟੁੱਟ ਕੇ ਉਹਨਾਂ ਨੇ ਮਿਲ ਹੀ ਜਾਣਾ ਤੇ ਫਿਰ ਜਿਹੜੇ ਸ਼ਰਨ ਵਿੱਚ ਉਹਨਾਂ ਦਾ ਕੀ ਫਾਇਦਾ ਹੋਇਆ। ਸੋ ਇਸ ਤਰੀਕੇ ਨਾਲ ਇਹ ਅਜੋਕੇ ਸਮੇਂ ਵਿੱਚ ਸ਼ਾਸਕਾਂ ਅਧੀਨ ਗੁਰੂ ਪਾਤਸ਼ਾਹ ਨੂੰ ਸਰੀਰ ਦਾ ਦਰਜਾ ਦਿੱਤਾ ਜਾ ਰਿਹਾ ਹੈ। ਗੁਰੂ ਸ਼ਬਦ ਹੈ ਤੇ ਗੁਰੂ ਨਾਨਕ ਸਾਹਿਬ ਆਪਣੇ ਮੂੰਹ ਤੋਂ ਇਹ ਸਿੱਧਾਂ ਨੂੰ ਜਵਾਬ ਦਿੰਦੇ ਹੈ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਵੀ ਸਾਡਾ ਵੀ ਗੁਰੂ ਸ਼ਬਦ ਹੈ, ਉਹ ਸ਼ਬਦ ਗੁਰੂ ਨੂੰ 10 ਜਾਮਿਆਂ ਰਾਹੀਂ ਪ੍ਰਚਾਰਿਆ ਗਿਆ ਹੈ ਤੇ ਇਸ ਕਰਕੇ ਕੁਰਬਾਨੀਆਂ ਵੀ ਸ਼ਬਦ ਗੁਰੂ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਕੀਤੀਆਂ ਗਈਆਂ। ਜੇ ਅੱਜ ਕੋਈ ਮਨੁੱਖ ਸ਼ਬਦ ਗੁਰੂ ਨੂੰ ਛੱਡ ਕੇ ਦੇਹ ਮੰਨ ਲੈਂਦਾ ਹੈ, ਜਾਂ ਸਰੀਰਾਂ ਅੱਗੇ ਮੱਥੇ ਟੇਕਦਾ ਹੈ, ਜਾਂ ਮੂਰਤੀਆਂ ਦੀ ਪੂਜਾ ਕਰਦਾ ਹੈ, ਜਾਂ ਕਬਰਾਂ ਦੀ ਪੂਜਾ ਕਰਦਾ ਹੈ, ਸਮਾਧਾਂ ਦੀ ਪੂਜਾ ਕਰਦਾ ਹੈ, ਦਰਖਤਾਂ ਦੀ ਪੂਜਾ ਕਰਦਾ ਹੈ, ਜਾਂ ਜਾਨਵਰਾਂ ਦੀ ਪੂਜਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਹੁਕਮ ਦੀ ਪਾਲਣਾ ਨਹੀਂ ਕਰ ਰਿਹਾ, ਉਹ ਗੁਰੂ ਦੇ ਹੁਕਮ ਨੂੰ ਰੱਦ ਕਰ ਰਿਹਾ ਹੈ, ਗੁਰੂ ਦੇ ਹੁਕਮ ਤੋਂ ਮਨੁੱਕਰ ਹੈ। ਇਸ ਕਰਕੇ ਗੁਰੂ ਨੇ ਕਹਿ ਦਿੱਤਾ ਵੀ ਗੁਰੂ ਗ੍ਰੰਥ ਨੂੰ ਮੰਨਣਾ ਤੇ ਸਾਡਾ ਮੰਨਣਾ ਫਰਜ਼ ਹੈ। ਸਿੰਘ ਸਾਹਿਬ, ਸਾਡੇ ਕੋਲ ਸਮਾਂ ਵੀ ਸੀਮਿਤ ਮਾਤਰਾ ਦੇ ਵਿੱਚ ਹੈ। ਇਸ ਸੀਮਿਤ ਮਾਤਰਾ ਦੇ ਵਿੱਚ ਅਸੀਂ ਗੱਲ ਕਰਨੀ ਚਾਹਾਂਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਸਾਨੂੰ ਦੁਨੀਆ ਦਾ ਸਭ ਤੋਂ ਬੇਸ਼ੁਮਾਰ ਕੀਮਤੀ ਤੇ ਅਨਮੋਲ ਖਜ਼ਾਨਾ ਸਾਡੇ ਕੋਲ ਮੌਜੂਦ ਹੈ। ਪਰ ਸਾਡੀ ਹਾਲਤ ਅਜਿਹੀ ਬਣੀ ਹੈ ਕਿ ਅਸੀਂ
ਭਟਕ ਰਹੇ ਹਾਂ। ਅਸੀਂ ਸਮਾਜਿਕ ਜੀਵਨ ਦੇ ਵਿੱਚ ਗੱਲ ਕਰ ਲਈਏ, ਗ੍ਰਹਿਸਥ ਦੇ ਜੀਵਨ ਦੀ ਗੱਲ ਕਰ ਲਈਏ, ਜਾਂ ਜ਼ਿੰਦਗੀ ਦੇ ਕਿਸੇ ਵੀ ਖਿੱਤੇ ਦੀ ਗੱਲ ਕਰ ਲਈਏ, ਸਾਡੇ ਕੋਲ ਇੰਨਾ ਅਨਮੋਲ ਖਜ਼ਾਨਾ ਹੋਣ ਦੇ ਬਾਵਜੂਦ ਅਸੀਂ ਖੁਆਰ ਹੋ ਰਹੇ ਹਾਂ। ਇਹ ਕਾਰਨ ਕੀ ਨੇ? ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਸੇਧ ਕਿਉਂ ਨਹੀਂ ਲੈ ਰਹੇ? ਜੇਕਰ ਸੇਧ ਲੈ ਵੀ ਲਈਏ ਤਾਂ ਕੀ ਲੈਣੀ ਚਾਹੀਦੀ ਹੈ? ਮਹਾਰਾਜ ਸਾਨੂੰ ਉਪਦੇਸ਼ ਕੀ ਕਰ ਰਹੇ ਨੇ ਕਿ ਅਸੀਂ ਖੁਆਰ ਨਾ ਹੋਈਏ ਜ਼ਿੰਦਗੀ 'ਚ? ਦੇਖੋ, ਖੁਆਰੀ ਦੇ ਕਾਰਨ ਲੱਭਣੇ ਪੈਣਗੇ ਜੀ। ਸਭ ਤੋਂ ਪਹਿਲਾਂ ਖੁਆਰੀ ਦੇ ਕਾਰਨ ਇਹ ਹੁੰਦੇ ਆ ਕਿ ਜਿਹੜੀ ਦਿਸ਼ਾ 'ਚ ਚੱਲਣ ਵਾਸਤੇ ਸਾਨੂੰ ਜੀਵਨ ਮਿਲਿਆ ਹੈ, ਜੇ ਅਸੀਂ ਉਸ ਦਿਸ਼ਾ 'ਚ ਨਹੀਂ ਚੱਲ ਰਹੇ, ਫਰਜ਼ ਕਰੋ ਜਿਹੜੀ ਟਰੈਕ ਤੇ ਟ੍ਰੇਨ ਨੇ ਚੱਲਣਾ ਹੈ ਜੀ, ਜੋ ਉਸ ਟਰੈਕ ਤੋਂ ਲੱਥ ਜਾਏ ਤੇ ਸੁਭਾਵਿਕ ਹੀ ਉਹਦਾ ਜਿਹੜਾ ਫਲੋ ਹੈ ਰੁਕ ਜਾਏਗਾ, ਉਹ ਚੱਲਣ ਯੋਗ ਨਹੀਂ ਰਹੇਗੀ, ਹੋ ਸਕਦਾ ਪਲਟ ਵੀ ਜਾਵੇ ਜੀ। ਜ਼ਿੰਦਗੀ ਨੂੰ ਟਰੈਕ ਤੇ ਚਲਾਉਣ ਲਈ ਤਾਂ ਹੀ ਤੇ ਗੁਰਬਾਣੀ ਦੀ ਰਚਨਾ ਹੋਈ ਹੈ ਵੀ ਇੱਕ ਜਿਹੜਾ ਹੈ ਉਹ ਸੰਪੂਰਨ ਮਨੁੱਖ ਕਿਵੇਂ ਬਣਿਆ ਜਾਏ। ਹੁਣ ਝਾਤੀ ਮਾਰ ਕੇ ਵੇਖਿਆ ਜਾਏ ਤੇ ਖੁਆਰੀ ਦੇ ਕਾਰਨ ਮੁੱਢਲੇ ਇਹ ਹੈ, ਇੱਕ ਤੇ ਸਾਡਾ ਜਿਹੜਾ ਸਰੀਰ ਵੀ ਦਰੁਸਤ ਨਹੀਂ ਜੀ। ਗੁਰੂ ਅੰਗਦ ਸਾਹਿਬ ਜੀ ਨੇ ਇੱਕ ਬੜਾ ਕਮਾਲ ਦਾ ਬਚਨ ਉਸ ਵੇਲੇ ਕੀਤਾ ਸੀ ਜਦੋਂ ਉਹਨਾਂ ਮੱਲ ਅਖਾੜੇ ਦੀ ਸਿਰਜਣਾ ਕੀਤੀ। ਉਹਨਾਂ ਨੇ ਵੇਖਿਆ ਵੀ ਅਸੀਂ ਵਿਦਿਆ ਪੜ੍ਹਾਉਣ ਵਾਲਿਆਂ ਨੂੰ ਵਿਦਿਆ ਦੇ ਰਹੇ ਹਾਂ ਜੀ, ਪਰ ਇਹ ਕਿਤੇ ਬੈਠੇ ਬੈਠੇ ਸਰੀਰਕ ਪੱਖੋਂ ਹੀ ਕਮਜ਼ੋਰ ਨਾ ਹੋ ਜਾਣ, ਕਿਉਂਕਿ ਜਿਹੜਾ ਨਰੋਇਆ ਮਨ ਹੈ ਉਹਦੇ ਵਿੱਚ ਹੀ ਨਰੋਏ ਵਿਚਾਰ ਪੈਦਾ ਹੁੰਦੇ ਆ ਜੀ। ਇਸ ਕਰਕੇ ਉਹਨਾਂ ਨੇ ਨਰੋਇਆ ਸਰੀਰ ਹੋਏਗਾ ਤੇ ਫਿਰ ਹੀ ਨਰੋਏ ਵਿਚਾਰ ਬਣਨਗੇ। ਸਰੀਰ ਦਰੁਸਤ ਹੋਏਗਾ ਤੇ ਉਹਦਾ ਮਨ ਵੀ ਦਰੁਸਤ ਹੋਏਗਾ, ਮਨ ਦਰੁਸਤ ਹੋਏਗਾ ਤੇ ਉਹਦੇ ਵਿਚਾਰ ਵੀ ਦਰੁਸਤ ਹੋਣਗੇ ਜੀ। ਸੋ ਇਸ ਕਰਕੇ ਬਹੁਤਾਤ ਪਹਿਲਾ ਟਰੈਕ ਤੇ ਸਾਡਾ ਜਿਹੜਾ ਹੈ ਉਹ ਸਾਡਾ ਜੀਵਨ ਕੁਦਰਤੀ ਨਹੀਂ ਰਿਹਾ, ਰੱਬ ਅਨੁਕੂਲ ਨਹੀਂ ਰਿਹਾ ਜੀ। ਜੋ ਨਹੀਂ ਸੀ ਖਾਣਾ ਉਹ ਅਸੀਂ ਖਾ ਰਹੇ ਹਾਂ, ਜੋ ਨਹੀਂ ਸੀ ਦੇਖਣਾ ਉਹ ਦੇਖ ਰਹੇ ਹਾਂ, ਜੋ ਨਹੀਂ ਸੀ ਸੁਣਨਾ ਉਹ ਸੁਣ ਰਹੇ ਹਾਂ। ਖੁਆਰ ਹੋਣਾ, ਵੇਖੋ ਖੁਆਰ ਹੋਣ ਵਾਸਤੇ ਕੋਈ ਸਾਧਨ ਬਣਦੇ। ਫਰਜ਼ ਕਰੋ ਕੋਈ ਅੱਖਾਂ ਦੁਆਰਾ ਕੋਈ ਇਹੋ ਜਿਹੀ ਚੀਜ਼ ਵੇਖਦਾ ਹੈ ਜਿਹਦੇ ਨਾਲ ਉਹਦੇ ਮਨ ਵਿੱਚ ਖੁਆਰੀ ਦੇ ਲੱਛਣ ਪੈਦਾ ਹੋ ਜਾਂਦੇ ਆ ਜੀ। ਕੋਈ ਕੰਨਾਂ ਨਾਲ ਨਿੰਦਿਆ ਸੁਣ ਲਓ, ਚੁਗਲੀਆਂ ਸੁਣ ਲਓ ਜੀ, ਜਾਂ ਕਿਸੇ ਕੋਲੋਂ ਸੁਣ ਲਓ ਵੀ ਕੋਈ ਬੰਦਾ ਤੁਹਾਡੇ ਵਿਰੁੱਧ ਵਿੱਚ ਇੰਨਾ ਕਹਿੰਦਾ ਸੀ ਤੇ ਜਿਹੜੇ ਬੰਦੇ ਬਾਰੇ ਤੁਸੀਂ ਸੁਣ ਲਿਆ ਵੀ ਉਹ ਮੈਨੂੰ ਗਲਤ ਕਹਿੰਦਾ, ਉਹਦੇ ਪ੍ਰਤੀ ਤੁਹਾਡੇ ਮਨ ਵਿੱਚ ਖੁਆਰੀ ਪੈਦਾ ਹੋ ਜਾਣੀ ਹੈ ਜੀ, ਦੁਸ਼ਮਣੀ ਭਾਵ ਪੈਦਾ ਹੋ ਜਾਣਾ ਹੈ। ਗੁਰਬਾਣੀ ਉਹਨਾਂ ਚੀਜ਼ਾਂ ਤੇ ਹੀ ਕਟਾਸ਼ ਕਰਦੀ ਹੈ ਜਿਨ੍ਹਾਂ ਦੁਆਰਾ ਬੰਦਾ ਖੁਰਾਕ ਜਿਹੜਾ ਖੁਆਰ ਹੁੰਦਾ ਜੀ। ਵੀ ਸੱਜਣਾ, ਇਹ ਜਿਹੜੇ ਨੇਤਰ ਹੈ ਨਾ, ਇਹ ਤੈਨੂੰ ਰੱਬ ਨੇ ਕੁਦਰਤ ਦੇਖਣ ਵਾਸਤੇ, ਕੁਦਰਤ ਵਿੱਚੋਂ ਰੱਬ ਨੂੰ ਲੱਭਣ ਵਾਸਤੇ ਦਿੱਤੇ ਜੀ। ਸੋ ਇਹਨਾਂ ਨੇਤਰਾਂ ਦੇ ਨਾਲ ਤੂੰ ਦੁਨੀਆ ਨੂੰ ਵੇਖਣਾ ਹੈ, ਪਰ ਦੁਨੀਆ ਦੇ ਵਿੱਚ ਰੱਬ ਦੀ ਜੋਤ ਨੂੰ ਵੀ ਵੇਖਣ ਦੀ ਕੋਸ਼ਿਸ਼ ਕਰਨੀ ਜੀ। ਉਸ ਤੋਂ ਬਾਅਦ ਉਹਨਾਂ ਨੇ ਕੰਨਾਂ ਦਾ ਹਵਾਲਾ ਦਿੱਤਾ ਹੈ। ਜੇ ਤੈਨੂੰ ਕੰਨ ਮਿਲੇ ਚੁਗਲੀਆਂ ਕਰਨ ਵਾਸਤੇ, ਨਿੰਦਿਆ ਸੁਣਨ ਵਾਸਤੇ ਨਹੀਂ ਮਿਲੇ, ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੂੰ ਪਠਾਏ ਜੀ। ਜੇ ਇਹ ਤੁਹਾਨੂੰ ਜ਼ੁਬਾਨ ਮਿਲੀ ਹੈ, ਜ਼ੁਬਾਨ ਚਸਕੇ ਲਾਉਣ ਵਾਸਤੇ, ਜੇ ਚਸਕਿਆਂ ਵਾਲੇ ਚੱਕਰ 'ਚ ਪਾ ਲੋਗੇ ਇੱਥੇ 20-20 ਕਿਲੋਮੀਟਰ ਤੇ ਖਾਣ ਵਾਸਤੇ ਤੁਸੀਂ ਭੱਜੇ ਫਿਰੋਗੇ, ਪਰ ਜ਼ੁਬਾਨ ਦੀ ਤ੍ਰਿਪਤੀ ਨਹੀਂ ਹੋਣੀ, ਖੁਆਰੀ ਹੋਣੀ ਹੈ ਜੀ। ਫਿਰ ਉਹ ਖਾ ਕੇ ਵੀ ਅੰਦਰ ਵਕਾਰ ਪੈਦਾ ਹੋਣੇ। ਤੇ ਗੁਰੂ ਪਾਤਸ਼ਾਹ ਨੇ ਪਹਿਲਾਂ ਹੀ ਸਮਝਾ ਦਿੱਤਾ ਵੀ ਜਿੱਤ ਖਾਧਾ ਹੈ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ ਜੀ। ਜੇ ਸੱਜਣਾ ਤੂੰ ਕੱਪੜੇ ਵੀ ਪਹਿਨਣੇ ਆ ਨਾ, ਇਹੋ ਜਿਹੇ ਪਹਿਨ ਵੀ ਪਹਿਨਣ ਤੋਂ ਬਾਅਦ ਤੈਨੂੰ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਜੀ। ਜੇ ਤੂੰ ਖਾਣਾ ਹੈ ਤੇ ਇਹੋ ਜਿਹੀ ਖੁਰਾਕ ਖਾ ਵੀ ਖਾਣ ਤੋਂ ਬਾਅਦ ਤੈਨੂੰ ਖੁਆਰੀ ਦਾ ਸਾਹਮਣਾ ਨਾ ਕਰਨਾ ਪਏ। ਇਹ ਨਾ ਇਹੋ ਜਿਹੀ ਖੁਰਾਕ ਖਾ ਲੈ ਪੇਟ ਤੰਗ ਹੋਵੇ, ਪੇਟ ਦੇ ਨਾਲ ਦਿਮਾਗ ਪਰੇਸ਼ਾਨ ਹੋ ਜਾਏ, ਮਨ ਪਰੇਸ਼ਾਨ ਹੋ ਜਾਏ, ਜਾਂ ਓਵਰ ਖਾ ਲਏ। ਇਹ ਸਾਰੀਆਂ ਗੱਲਾਂ ਗੁਰਬਾਣੀ ਵਿੱਚ ਮਹਾਰਾਜ ਨੇ ਲਿਖੀਆਂ। ਇਹਦੇ ਨਾਲ ਜਿਹੜਾ ਸੰਯਮ ਨਾਲ ਸੌਣ ਦਾ ਵਿਧਾਨ ਵੀ ਗੁਰਬਾਣੀ ਵਿੱਚ ਲਿਖੇ। ਜੇ ਜ਼ਿਆਦਾ ਖਾਏਗਾ ਜ਼ਿਆਦਾ ਨੀਂਦ ਆਏਗੀ, ਜ਼ਿਆਦਾ ਨੀਂਦ ਆਏਗੀ ਤੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਏਗਾ। ਜੇ ਅੰਮ੍ਰਿਤ ਵੇਲੇ ਨਾ ਉੱਠੇਗਾ ਤੇ ਤੇਰੇ ਜੀਵਨ ਦਾ ਫਲੋ ਘਟ ਜਾਏਗਾ, ਕਿਉਂਕਿ ਅੰਮ੍ਰਿਤ ਵੇਲੇ ਆਕਸੀਜਨ ਵਧੇਰੇ ਹੁੰਦੀ ਹੈ। ਅੰਮ੍ਰਿਤ ਵੇਲੇ ਰੱਬ ਨੂੰ ਨਾਮ ਜਪਣ ਵਾਲਿਆਂ ਦੀ ਸੁਰਤ ਕਾਗਰ ਦੀ ਜਿਹੜੀ ਉਹ ਸ਼ਮਤਾ ਵਧੇਰੇ ਹੁੰਦੀ ਹੈ, ਜਿਹਨੂੰ ਬ੍ਰਹਮ ਮਹੂਰਤ ਸਨਾਤਨ ਮਤ ਵਿੱਚ ਕਿਹਾ ਜਾਂਦਾ ਹੈ, ਉਹ ਤੇਰਾ ਸੁੱਤਿਆ ਲੰਘ ਜਾਏਗਾ ਤੇ ਕੋਈ ਲਾਭ ਨਹੀਂ। ਇਹਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਇਹ ਹਵਾਲਾ ਦਿੱਤਾ ਵੀ ਜਿਹੜੀ ਜ਼ੁਬਾਨ ਤੈਨੂੰ ਮਿਲੀ ਹੈ, ਇਹ ਚੁਗਲੀ ਨਿੰਦਿਆ ਜਾਂ ਕਿਸੇ ਮਨੁੱਖ ਦੀਆਂ ਝੂਠੀਆਂ ਤਾਰੀਫਾਂ ਕਰਨ ਲਈ ਨਹੀਂ, ਰੱਬ ਦੀ ਬੰਦਗੀ ਕਰਨ ਲਈ, ਉਹਦੇ ਗੁਣ ਗਾਉਣ ਲਈ ਮਿਲੀ ਹੈ। ਇਹ ਜਿਹੜਾ ਤੈਨੂੰ ਸਰੀਰ ਮਿਲਿਆ, ਇਹ ਸਰੀਰ ਮਿਲਿਆ ਹੈ ਕਿ ਤੂੰ ਜਿਹੜੀ ਆਪਣੀ ਆਤਮਾ ਦਾ ਸਫ਼ਰ ਹੈ ਉਹ ਪਰਮਾਤਮਾ ਤੱਕ ਇਹਦੇ ਸਰੀਰ ਦੁਆਰਾ ਤੈਅ ਕਰ ਸਕੇ
ਜੀ ਕਿਤੇ ਕਿਤੇ ਗੁਰਬਾਣੀ ਵਿੱਚ ਇਹਨੂੰ ਸਰੀਰ ਨੂੰ ਘੋੜਾ ਜਾਂ ਘੋੜੀ ਨਾਲ ਵੀ ਤਰਜੀਹ ਦਿੱਤੀ ਹੈ ਜੀ ਵੀ ਇਹ ਤੇਰਾ ਸਰੀਰ ਜਿਹੜਾ ਹੈ ਇਹ ਘੋੜੇ ਦੀ ਨਿਆਈ ਹੈ, ਇਹਦੇ ਉੱਪਰ ਜਿਹੜੀ ਆਤਮਾ ਹੈ ਇਹ ਸਵਾਰ ਹੈ। ਜੀ ਇਸ ਕਰਕੇ ਇਹ ਨਾ ਹੋਵੇ ਵੀ ਤੇ ਸਰੀਰ ਰੂਪੀ ਘੋੜੇ ਨੂੰ ਖੁਰਾਕ ਚਾਰੀ ਜਾਏ ਤੇ ਆਤਮਾ ਜਿਹੜਾ ਸਵਾਰ ਹੈ ਉਹ ਕਮਜ਼ੋਰ ਹੋ ਜਾਏ। ਜੀ ਜਦੋਂ ਘੋੜਾ ਬਲਵਾਨ ਹੋ ਜਾਏ ਤੇ ਆਤਮਾ ਜਿਹੜਾ ਸਵਾਰ ਮਾੜਾ ਹੋਵੇ ਨਾ ਤੇ ਉਹ ਫਿਰ ਘੋੜੇ ਤੋਂ ਡਿੱਗਦਾ ਹੀ ਹੈ, ਸਫ਼ਰ ਤੈਅ ਨਹੀਂ ਕਰਦਾ। ਜੀ ਤੇ ਜੇ ਉੱਤੇ ਬਲਵਾਨ ਤਕੜਾ ਹੋਵੇ ਹੂੰ ਤੇ ਥੱਲੇ ਘੋੜੀ ਮਾੜੀ ਹੋਵੇ ਤੇ ਫਿਰ ਉਹਦੇ ਲੱਕ ਟੁੱਟਣ ਦਾ ਵੀ ਸਾਧਨ ਬਣ ਜਾਂਦਾ ਹੈ। ਹਾਂਜੀ ਸੋ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਇਹ ਸੇਧ ਦਿੱਤੀ ਹੈ ਸਰੀਰ ਦਾ ਜੀ ਤੇ ਪਲੱਸ ਆਤਮਾ ਦਾ, ਹੂੰ ਮਨ ਤੇ ਪਲੱਸ ਜਿਹੜਾ ਹੈ ਉਹ ਸਰੀਰ, ਜੀ ਜਿਹੜਾ ਇਹਦਾ ਸੁਮੇਲ ਹੈ ਉਹਦੇ ਤੋਂ ਮਨੁੱਖ ਬਣਦਾ ਹੈ। ਹੂੰ ਜਦੋਂ ਜੀਵਨ ਦੀ ਗੱਲ ਕਰਦੇ ਆ, ਜੀਵ ਪਲੱਸ ਅੰਨ, ਜੀ ਜੀਵਨ। ਜੀ ਸੋ ਇਸ ਕਰਕੇ ਸਮਾਜ ਵਿੱਚ ਥੋੜਾ ਖਾਣਾ ਹੈ, ਹੂੰ ਥੋੜਾ ਸੌਣਾ ਹੈ, ਢੰਗ ਦੇ ਕੱਪੜੇ ਪਹਿਨਣੇ ਹੈ, ਥੋੜਾ ਬੋਲਣਾ ਹੈ, ਵਧੀਆ ਬੋਲਣਾ ਹੈ, ਜੀ। ਸੋਹਣਾ ਸੁਣਨਾ ਹੈ, ਹੂੰ। ਸੋਹਣਾ ਵੇਖਣਾ ਹੈ। ਜੀ। ਇਹ ਖੂਬਸੂਰਤ ਇਨਸਾਨ ਬਣਨ ਦੀ ਪ੍ਰੇਰਨਾ ਸਾਨੂੰ ਗੁਰਬਾਣੀ ਦਿੰਦੀ ਹੈ। ਜੀ ਇਹੋ ਹੀ ਪ੍ਰੇਰਨਾ ਸਾਨੂੰ ਆਨੰਦ ਸਾਹਿਬ ਦੀ ਬਾਣੀ ਵਿੱਚ ਮਗਰਲੀਆਂ ਪੌੜੀਆਂ ਵਿੱਚ ਗੁਰੂ ਅਮਰਦਾਸ ਜੀ ਨੇ ਦਿੱਤੀ ਹੈ। ਜੀ ਇਹੋ ਹੀ ਪ੍ਰੇਰਨਾ ਸਾਨੂੰ ਲੈਣੀ ਚਾਹੀਦੀ ਹੈ। ਜੇ ਪ੍ਰੇਰਨਾ ਹੋਏਗੀ ਤੇ ਸਾਡੇ ਬੱਚੇ ਵੀ ਸਹੀ ਟਰੈਕ ਤੇ ਚੱਲਣਗੇ। ਜੀ ਵੀ ਉਹ ਪੁੱਛਣਗੇ ਪਿਤਾ ਜੀ ਤੁਸੀਂ ਕਿਹਦੇ ਕੋਲੋਂ ਇਹ ਸਵੇਰੇ ਕੀ ਪੜ੍ਹਦੇ ਹੋ, ਹੂੰ ਇਹਦੇ ਵਿੱਚੋਂ ਕੀ ਸਿੱਖਿਆ ਮਿਲਦੀ ਹੈ। ਜੀ ਫਿਰ ਬੱਚੇ ਨੂੰ ਬਾਪੂ ਦੇ ਜੀਵਨ ਵਿੱਚੋਂ ਸਿੱਖਿਆਵਾਂ ਦਾ ਅਸਰ ਵੀ ਵੇਖਣ ਨੂੰ ਮਿਲ ਜਾਏਗਾ। ਹੂੰ। ਉਹਨੂੰ ਕਹਿਣ ਦੀ ਲੋੜ ਨਹੀਂ ਪੈਗੀ ਵੀ ਗੁਰਬਾਣੀ ਪੜ੍ਹੋ, ਤੁਹਾਡਾ ਜੀਵਨ ਵੇਖ ਕੇ, ਤੁਹਾਡੀ ਖੁਸ਼ਹਾਲੀ ਤੇ ਆਨੰਦ ਵੇਖ ਕੇ ਬਾਣੀ ਨਾਲ ਜੁੜੇਗਾ। ਜੀ ਤੇ ਸਿੰਘ ਸਾਹਿਬ ਅਸੀਂ ਜਾਂਦੇ ਜਾਂਦੇ ਤੁਹਾਡੇ ਕੋਲੋਂ ਇੱਕ ਵਿਚਾਰ ਹੋਰ ਲੈਣਾ ਚਾਹਾਂਗੇ। ਅੱਜ ਸੰਪੂਰਨਤਾ ਦਿਵਸ ਅਸੀਂ ਮਨਾ ਰਹੇ ਹਾਂ, ਬਹੁਤ ਸਾਰੇ ਵਿਚਾਰ ਦਿੱਤੇ ਹਨ ਤੇ ਸੰਗਤਾਂ ਨੂੰ ਕੀ ਅਪੀਲ ਹੈ ਜੀ, ਕੀ ਬੇਨਤੀ ਕਰਨੀ ਚਾਹੋਗੇ ਜੀ? ਬਸ ਇਹੋ ਹੀ ਅਪੀਲ ਕਰਨਾ ਚਾਹੁੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਨ ਦਾ ਜਿਹੜਾ ਕਾਰਨ ਇਹੀ ਸੀ ਵੀ ਜਿਹੜਾ ਸਿੱਖ ਜਗਤ ਹੈ ਜਾਂ ਮਨੁੱਖ ਹੈ ਜੀ ਉਹ ਰੱਬੀ ਮਾਰਗ ਦੀ ਸੇਧ ਲੈ ਕੇ ਸਹੀ ਟਰੈਕ ਤੇ ਚੱਲ ਕੇ ਰੱਬ ਨੂੰ ਮਿਲ ਸਕੇ। ਜੀ ਸੋ ਅਸੀਂ ਜਿੰਨੇ ਵੀ ਜੀਵ ਆਏ ਹੈ ਅਸੀਂ ਸਾਰੇ ਜਿਹੜੇ ਹੈ ਆਇਓ ਸੁਣਨ ਪੜਨ ਕੋ ਬਾਣੀ, ਬਾਣੀ ਪੜਨ ਵਾਸਤੇ, ਸੁਣਨ ਵਾਸਤੇ, ਰੱਬ ਨਾਲ ਭੇਦ ਹੋਣ ਵਾਸਤੇ ਆਏ ਹੈ ਤੇ ਰੱਬ ਨਾਲ ਭੇਦ ਕਰਨ ਵਾਸਤੇ ਉਹਨਾਂ ਬਾਣੀ ਦੀ ਰਚਨਾ ਕਰਕੇ ਸਾਨੂੰ ਸੰਪੂਰਨ ਗੁਰੂ ਦਿੱਤਾ ਹੈ। ਜੀ। ਸੋ ਇਸ ਕਰਕੇ ਅਸੀਂ ਗੁਰਬਾਣੀ ਦੇ ਸਹਿਜ ਪਾਠ ਕਰੀਏ, ਨਿਤਨੇਮ ਕਰੀਏ, ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣੀਏ। ਇਹੋ ਹੀ ਸਾਡਾ ਜਿਹੜਾ ਸੰਦੇਸ਼ ਹੈ। ਜੀ ਸਿੰਘ ਸਾਹਿਬ ਬਹੁਤ ਬਹੁਤ ਸ਼ੁਕਰਾਨੇ। ਤੇ ਜਾਂਦੇ ਜਾਂਦੇ ਫਿਰ ਆਪ ਸਭਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀਆਂ ਕੋਟਨ ਕੋਟ ਮੁਬਾਰਕਾਂ। ਅਸੀਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਸਿੰਘ ਸਾਹਿਬ ਦੇ ਵੱਲੋਂ ਜੋ ਦਿੱਤੀ ਹੋਈ ਵਿਚਾਰਾਂ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਮਰਾਈਏ ਤੇ ਆਪਣੇ ਜੀਵਨ ਨੂੰ ਖੁਸ਼ਹਾਲ ਕਰੀਏ ਤੇ ਗੁਰੂ ਦੇ ਲੜ ਲੱਗੀਏ। ਸਿੰਘ ਸਾਹਿਬ ਆਪ ਜੀ ਨੇ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰਾਨੇ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।